ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਮੈਂ ਦਵਿੰਦਰ ਮੰਡ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਪੂਜਾ ਸੰਧੂ ਜੀ। ਸਤਿ ਸ਼੍ਰੀ ਅਕਾਲ ਪੂਜਾ ਜੀ। ਜੀ ਸਤਿ ਸ੍ਰੀ ਅਕਾਲ। ਤੇ ਤੁਸੀਂ ਦੱਸੋ ਵੀ ਕਿੱਦਾਂ ਸਿਹਤਾਂ ਤੁਹਾਡੀਆਂ ਅੱਜ ਠੀਕ ਨਹੀਂ ਲੱਗ ਰਹੀਆਂ ਮੈਨੂੰ? ਹਾਂ, ਅੱਜ ਸਿਹਤ ਮੇਰੀ ਠੀਕ ਨਹੀਂ। ਕਿਉਂ, ਕੀ ਗੱਲ ਹੋ ਗਈ? ਉਹ ਇਸ ਕਰਕੇ ਕਿ ਅੱਜ ਮੇਰਾ ਸਰੀਰ ਥੋੜਾ ਜਿਹਾ ਟੁੱਟ ਭੱਜ ਰਿਹਾ ਆ। ਓਹੋ, ਮੈਨੂੰ ਲੱਗਦਾ ਕਿ ਵੀ ਜਿਹੜੀ ਉਦੋਂ ਦੌੜ ਲਾਈ ਸੀ ਨਾ, ਇਹ ਉਹਦਾ ਹੀ ਨਤੀਜਾ ਆ। ਬਸ ਤੇ ਐਵੇਂ ਹੈ ਨਾ, ਲੋਕਾਂ ਨੇ ਮੈਨੂੰ ਕਹਿਤਾ ਕਿ ਤੂੰ ਮੋਟਾ ਲੱਗਦਾ ਆ, ਤੂੰ ਏਦਾਂ ਤੂੰ ਉਦਾਂ। ਅੱਛਾ, ਮੈਂ ਭੂਹੇ ਚੜ ਕੇ ਦੌੜ ਤਾਂ ਲਾ ਲਈ, ਪਰ ਹੁਣ ਖੱਲੀਆਂ ਪਵਾ ਕੇ ਬੈਠਾ। ਓਹੋ, ਇਹ ਤਾਂ ਬਹੁਤ ਮਾੜੀ ਗੱਲ ਹੋਈ। ਮਤਲਬ ਇੱਕ ਦਿਨ ਦੇ ਵਿੱਚ ਹੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਇੱਕ ਦਿਨ ਦੇ ਵਿੱਚ ਇੰਨਾ ਜ਼ਿਆਦਾ ਕਾਹਤੋਂ ਦੌੜ ਲਿਆ। ਬਸ ਵੇ ਦੂਜੇ ਦਿਨ ਦੌੜ ਜੋਗਾ ਹੀ ਰਿਹਾ। ਹਾਂ ਚਲ ਕੋਈ ਗੱਲ ਨਹੀਂ, ਫਿਰ ਕਿਹੜੀ ਗੱਲ ਆ, ਥੋੜੇ ਜਿਹਾ ਇਦਾਂ ਹੀ ਪਤਲੇ ਹੋ ਜਾਓਗੇ ਬਿਮਾਰ ਹੋ ਕੇ। ਕਿੱਦਾਂ ਦੇ ਲੋਕ ਯਾਰ ਬੈਠੇ ਇੱਥੇ ਹੈ। ਚਲੋ, ਨਹੀਂ, ਮੈਂ ਦੁਆ ਕਰੂੰਗੀ ਰੱਬ ਦੇ ਅੱਗੇ ਕਿ ਤੁਹਾਨੂੰ ਜਲਦੀ ਜਲਦੀ ਬਿਲਕੁਲ ਠੀਕ ਕਰ ਕੁਛ ਨਹੀਂ, ਮੈਂ ਠੀਕ ਆ। ਉਹ ਮਾੜਾ ਮੋਟਾ ਲੱਤਾਂ 'ਚ ਦਰਦ ਹੋ ਰਹੀਆਂ ਆ। ਐ ਨਹੀਂ ਕਿ ਕਿਤੇ ਉਹ ਵਾਲੀ ਬਿਮਾਰੀ ਨਾ ਸਮਝੋ ਮੈਨੂੰ ਕਿਤੇ। ਨਹੀਂ 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 ਨਹੀਂ, ਫੇਰ ਮੈਂ ਤਾਂ ਲੱਗ ਹੀ ਨਹੀਂ ਪੈਣਾ ਸੀ ਤੁਹਾਡੇ। ਠੀਕ ਆ, ਇਹ ਵੀ ਕੋਈ ਨਾ, ਮੈਂ ਇਕੱਲੇ ਨੇ ਪ੍ਰੋਗਰਾਮ ਕਰ ਲੈਣਾ ਸੀ। ਚਲੋ ਠੀਕ ਆ। ਅੱਛਾ ਮੇਰੀ ਗੱਲ ਸੁਣੋ, ਤੁਸੀਂ ਇੱਕ ਕੰਮ ਕਰ ਸਕਦੇ ਆ ਕਿ ਤੁਸੀਂ ਜਲਦੀ ਠੀਕ ਹੋ ਜਾਓ। ਦੱਸੋ। ਕੱਲ ਨਾ ਫੇਰ ਜਾ ਕੇ ਦੌੜ ਲਾ ਲਈਓ, ਜਿਹੜੀਆਂ ਤੁਹਾਡੀਆਂ ਖਲੀਆਂ ਪਈਆਂ ਟੁੱਟ ਜਾਣੀਆਂ ਤੁਹਾਡੇ ਚਰਨ ਕਿੱਥੇ ਨੇ? ਇੱਥੇ ਹੀ ਨੇ, ਆ ਜਾਓ। ਹੱਥ ਲਾ ਦਿੰਨਾ ਆ। ਨਹੀਂ, ਮੈਂ ਤੁਹਾਨੂੰ ਸਹੀ ਸਲਾਹ ਦੇ ਰਹੀ ਹਾਂ, ਤੁਸੀਂ ਮੰਨ ਹੀ ਨਹੀਂ ਰਹੇ। ਦੱਸੋ। ਕਮਾਲ ਦੀ ਗੱਲ ਆ। ਗੱਲ ਮੰਨ ਲਈਦੀ ਹੁੰਦੀ ਕਿਸੇ ਸਿਆਣੇ ਬੰਦੇ ਦੀ। ਸਿਆਣੇ ਦੀ ਮੰਨੀ ਸੀਗੀ ਨਾ, ਤਾਈਓ ਤਾਂ ਆਹ ਹੱਲ ਕਰਾ ਕੇ ਬੈਠਾ। ਚਲੋ ਕੋਈ ਗੱਲ ਨਹੀਂ, ਇਹ ਸਾਰੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ। ਤੇ ਆਪਾਂ ਹੁਣ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਹੈ ਕਿ ਨਹੀਂ ਕਰਨੀ? ਕਰਨੀ ਆ, ਪਰ ਸੱਚੀ ਬਾਹਰ ਨਿਕਲ ਕੇ ਨਾ ਤੁਸੀਂ ਮੈਨੂੰ ਚਾਹ ਬਣਾ ਕੇ ਪਿਲਾਉਣੀ ਆ। ਠੀਕ ਹੈ, ਅੱਜ ਮੇਰੇ ਵੱਲੋਂ ਚਾਹ ਪੱਕੀ ਤੁਹਾਡੀ। ਹਾਂ, ਅੱਜ ਕੋਈ ਮੈਂ ਰੋਸਾ ਨਹੀਂ ਕਰਨਾ, ਕੋਈ ਤੁਹਾਡੇ ਨਾਲ ਲੜਨਾ ਨਹੀਂ, ਕੋਈ ਤੁਹਾਡੀ ਬੇਇੱਜ਼ਤੀ ਨਹੀਂ ਕਰਨੀ। ਅੱਜ ਤੁਹਾਡੀ ਚਾਹ ਪੱਕੀ ਆ। ਪੱਕੀ ਆ ਨਾ? ਪੱਕੀ ਆ। ਤੇ ਇਹਦੇ ਵਿੱਚ ਥੋੜੀ ਜਿਹੀ ਨਾ ਪੱਤੀ ਤੇਜ਼ ਰੱਖਿਓ। ਨਹੀਂ, ਮੈਂ ਮਿੱਠਾ ਜ਼ਿਆਦਾ ਪਾ ਦੇਣਾ। ਮਿੱਠਾ ਨਹੀਂ ਪਾਉਣਾ, ਨਹੀਂ, ਮੈਂ ਮੋਟਾ ਹੋ ਜਾਣਾ ਫੇਰ। ਓਹ, ਤੁਹਾਡੀ એનર્ਜੀ ਬਣ ਜੂਗੀ ਨਾ। ਨਹੀਂ ਕੋਈ ਗੱਲ ਨਹੀਂ, ਤੁਸੀਂ ਐ ਕਰੋ ਫਿਰ, ਹਾਂਜੀ, ਚਾਹ ਛੱਡੋ, ਕਾਫੀ ਪਿਲਾਓ। ਜ਼ਿਆਦਾ ਨਹੀਂ ਅੱਗੇ ਵਧੀ ਜਾਂਦੇ, ਚਾਹ ਪੀ ਲੈ। ਤੁਸੀਂ એનર્ਜੀ ਦੀ ਗੱਲ ਕੀਤੀ ਆ, ਕਾਫੀ ਪੀਣ ਨਾਲ એનર્ਜੀ ਜਿਹੜੀ ਉਹ ਜ਼ਿਆਦਾ ਆਉਂਦੀ ਆ। ਮੈਂ ਤਾਂ ਕਹਿੰਦੀ ਫਿਰ ਤੁਸੀਂ ਛੱਡੋ ਦੋਨੇ ਚੀਜ਼ਾਂ, ਹਾਂ, એનર્ਜੀ ਡਰਿੰਕ ਪੀ ਲਈਓ। ਉਹ ਤੁਸੀਂ ਲਿਆ ਦਿਓ, ਫਿਰ ਪੈਸੇ ਮੈਂ ਤਾਂ ਨਹੀਂ ਦੇਣੇ। ਮੈਂ ਤੁਹਾਨੂੰ ਬਣਾ ਦੇਣੀ ਘਰੇ ਹੀ। ਕਿੱਦਾਂ? ਬਸ ਮਿੱਠਾ ਘੋਲਣਾ ਤੇ ਲੂਣ ਘੋਲਣਾ ਵਿੱਚ, એનર્ਜੀ ਡਰਿੰਕ ਬਣ ਜਾਣੀ ਆ। ਉਹ એનર્ਜੀ ਡਰਿੰਕ ਨਹੀਂ ਬਣਦੀ, ਉਹ ਬਣਦਾ ORS। ਤੇ ਮੈਨੂੰ ਉਹ ਕਿਤੇ ਉਹ ਚੀਜ਼ ਨਹੀਂ ਹੋਈ। ORS ਦੀ ਲੋੜ ਆ ਤੁਹਾਡੇ ਸਰੀਰ ਨੂੰ। ਮੈਂ ਤਾਂ ਸੁਣਨ ਲੱਗੇ ਸੀ ਤੁਸੀਂ ਹੁਣ ਪਰਨਾਲੇ ਨਹੀਂ ਚੱਲਦੇ ਪਏ। ਓ ਚਲੋ, ਇਹ ਤਾਂ ਬਹੁਤ ਜ਼ਿਆਦਾ ਹੋ ਗਿਆ। ਕੋਈ ਗੱਲ ਨਹੀਂ, ਤੁਹਾਨੂੰ ਚਾਹ ਜਾਂ ਕਾਫੀ ਜਾਂ ਫਿਰ એનર્ਜੀ ਡਰਿੰਕ, ਜੇ ORS ਪੀਣਾ ਨਾ, ਉਹ ਵੀ ਬਣਾ ਦੂੰਗੀ। ORS ਦੀ ਮੈਨੂੰ ਬਿਲਕੁਲ ਲੋੜ ਨਹੀਂ। ਥੋੜੀ ਜਿਹੀਆਂ ਲੱਤਾਂ ਦਰਦ ਆ, ਮੈਂ ਪਹਿਲਾਂ ਵੀ ਦੱਸਿਆ, ਉਹਦੇ ਕਰਕੇ ਤੁਸੀਂ ਮੈਨੂੰ ਕਾਫੀ ਬਣਾ ਦਿਓ। ਚਲੋ ਠੀਕ ਹੈ, ਠੀਕ ਤੇ ਹੈ। ਬਾਕੀ ਤੁਹਾਡੀ ਉਹ ਦਿਲੀ ਇੱਛਾ ਹੋਊਗੀ, ਜੇ ਤੁਸੀਂ ਮੈਨੂੰ 2-4 ਫੁਲਕੇ ਵੀ ਲਾ ਕੇ ਦੇਣੇ ਆ। ਆਪਾਂ ਪ੍ਰੋਗਰਾਮ ਕਰ ਲਈਏ ਹੁਣ। ਬਹੁਤ ਜ਼ਿਆਦਾ ਨਹੀਂ ਗੱਲਾਂ ਹੋ ਗਈਆਂ ਕੁਝ। ਕਰਦੇ ਆ, ਪ੍ਰੋਗਰਾਮ ਸ਼ੁਰੂ ਕਰਦੇ ਆ। ਪਰ ਉਸ ਤੋਂ ਪਹਿਲਾਂ ਮੈਂ ਇੱਕ ਗਾਣਾ ਸੁਣਨਾ ਅੱਜ ਗਾਣਾ ਤੁਸੀਂ ਸੁਣੋਗੇ? ਹਾਂ, ਚਲੋ ਫਿਰ, ਕਿਉਂਕਿ ਮੈਂ ਚਾਹੁੰਦਾ ਕਿ એનર્ਜੀ ਆ ਜਾਵੇ ਥੋੜੀ ਜੀ। ਠੀਕ ਹੈ, ਵਧੀਆ ਜਿਹਾ ਗਾਣਾ ਲਵਾ ਕੇ ਇੱਕ ਆਪਾਂ ਸੁਣ ਲਈਏ ਤੇ ਉਸ ਤੋਂ ਬਾਅਦ ਆਜੋ ਜਰਾ ਵਾਪਸ, ਬਿਲਕੁਲ। ਹੈਨਾ? ਤੇ ਗਾਣਾ ਮੈਂ ਸੁਣ ਲਿਆ ਆ। ਹਾਂਜੀ, ਹੁਣ ਮੈਨੂੰ ਥੋੜਾ ਜਿਹਾ ਲੱਗਦਾ ਕਿ ਮੈਂ ਠੀਕ ਆ। ਇਹ ਨਾ ਹੋਵੇ ਕਿ ਐਂਡ ਤੱਕ ਤੁਸੀਂ ਗਾਣੇ ਹੀ ਸੁਣਦੇ ਰਹੋ ਤੇ ਬਾਅਦ ਚ ਜਦੋਂ ਅਖੀਰ ਚ ਆ ਕੇ ਕਹੋ ਹੁਣ ਮੇਰੀ ਚ એનર્ਜੀ ਆ ਗਈ ਆ, ਹੁਣ ਮੈਂ ਪ੍ਰੋਗਰਾਮ ਕਰ ਸਕਦਾ। ਨਹੀਂ ਨਹੀਂ, ਬਿਨਾਂ ਕਿਸੇ ਦੇਰੀ ਤੋਂ ਹਾਂਜੀ, ਆਪਾਂ ਹੁਣ ਪ੍ਰੋਗਰਾਮ ਸ਼ੁਰੂ ਕਰਦੇ ਆ। ਠੀਕ ਆ। ਹੁਣ ਆਪਾਂ ਗੱਲ ਕਰਦੇ ਸੀ ਲੋਕ ਕਲਾਵਾਂ ਦੀ, ਹੈਨਾ? ਤੇ ਲੋਕ ਕਲਾਵਾਂ ਦੇ ਵਿੱਚ ਮਿੱਟੀ ਦੇ ਜਿਹੜੇ ਬਰਤਨ ਬਣਦੇ ਨੇ ਜਾਂ ਮਿੱਟੀ ਨਾਲ ਜਿਹੜੀ ਕਲਾਕਾਰੀ ਕੀਤੀ ਜਾਂਦੀ ਆ, ਉਹਦੇ ਬਾਰੇ ਗੱਲ ਕਰਦੇ ਸੀ ਜੀ, ਹੈਨਾ? ਤੇ ਹੁਣ ਆਪਾਂ ਗੱਲ ਕਰਦੇ ਆ ਕਿ ਭੜੋਲੇ ਦੀ। ਭੜੋਲਾ ਕੀ ਹੁੰਦਾ ਸੀਗਾ? ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜਾ ਭੜੋਲਾ ਮੰਨਿਆ ਗਿਆ ਜਾਂ ਕਿਹਾ ਗਿਆ ਆ, ਉਹਨੂੰ ਕਹਿੰਦੇ ਡਰਮ। ਅੱਛਾ, ਅਨਾਜ ਜਿਹਦੇ ਵਿੱਚ ਸਾਂਭੀਦਾ, ਉਹਨੂੰ ਭੜੋਲਾ ਕਹਿੰਦੇ ਸੀ ਪੁਰਾਣੇ ਸਮੇਂ ਦੇ ਵਿੱਚ। ਜੀ, ਉਹ ਕਿੱਦਾਂ ਬਣਿਆ ਹੁੰਦਾ ਸੀਗਾ, ਅੱਜ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਭੜੋਲੇ ਦੀ ਬਣਤਰ। ਭੜੋਲੇ ਦੀ ਜਿਹੜੀ ਬਣਤਰ ਹੁੰਦੀ ਸੀਗੀ, ਉਹ 6 ਫੁੱਟ ਦੀ ਹੁੰਦੀ ਸੀਗੀ, ਉੱਚਾ, ਜਿਹੜਾ ਕਹਿ ਲਓ ਕਿ 6 ਫੁੱਟ ਉੱਚਾ ਹੁੰਦਾ ਸੀਗਾ ਤੇ 4 ਫੁੱਟ ਚੌੜਾ। ਤੇ ਉਹਦੇ ਵਿੱਚ ਇੱਕ ਕਹਿ ਲਓ ਦਰਵਾਜ਼ੀ ਲਾਈ ਜਾਂਦੀ ਸੀ ਲੱਕੜ ਦੀ, ਜਿਹਦੇ ਵਿੱਚ ਤੁਸੀਂ ਸਮਾਨ ਕੱਢ ਲਓ ਜਾਂ ਪਾ ਲਓ। ਖਾਸ ਕਰਕੇ ਮਾਲਵੇ ਵਾਲੇ ਇਲਾਕੇ ਦੇ ਵਿੱਚ, ਕਿਉਂਕਿ ਉਹ ਜਿਹੜਾ ਇਲਾਕਾ ਹੁੰਦਾ ਸੀ ਉਹ ਰੇਤਲਾ ਇਲਾਕਾ ਹੁੰਦਾ ਸੀਗਾ, ਤੇ ਜਿੰਨੀ ਵੀ ਖੇਤੀਬਾੜੀ ਹੁੰਦੀ ਸੀਗੀ ਉਹ ਸਾਰੀ ਕਹਿ ਲਓ ਕਿ ਮੀਂਹ ਦੇ ਉੱਪਰ ਨਿਰਭਰ ਸੀਗੀ। ਮੀਂਹ ਟਾਈਮ ਟੂ ਟਾਈਮ ਪੈਣਾ, ਤੇ ਇਸ ਕਰਕੇ ਜਿਹੜੀ ਕਣਕ ਦੀ ਪੈਦਾਵਾਰ ਆ ਜਾਂ ਜੋ ਵੀ ਅਨਾਜ ਆ ਜਾਂ ਜਿਹਦੀ ਵੀ ਖੇਤੀਬਾੜੀ ਦੀ ਕਣਕ ਜਾਂ ਜੋ ਵੀ ਆ, ਉਹ ਪੈਦਾਵਾਰ ਘੱਟ ਹੁੰਦੀ ਸੀਗੀ। ਤੇ ਸਾਰੀ ਜੋ ਵੀ ਕਣਕ ਜਾਂ ਜੋ ਵੀ ਮੱਕੀ, ਉਹ ਸਾਰੇ ਭੜੋਲੇ ਦੇ ਵਿੱਚ ਸਾਂਭੀ ਜਾਂਦੀ ਸੀਗੀ। ਤੇ ਇਹਨੂੰ ਬਣਾਉਣ ਦੇ ਵਿੱਚ ਕਾਫੀ ਸਮਾਂ ਲੱਗਦਾ ਸੀਗਾ। ਤੇ ਇੱਕ ਖਾਸ ਗੱਲ, ਇਹਦੇ ਵਿੱਚ ਅਨਾਜ ਨੂੰ ਬਿਲਕੁਲ ਵੀ ਸਲਾਬਾ ਨਹੀਂ ਸੀ ਚੜ੍ਹਦਾ, ਕਿਉਂਕਿ ਜ਼ਮੀਨ ਤੋਂ ਥੋੜਾ ਉੱਚਾ ਵੀ ਬਣਾਇਆ ਜਾਂਦਾ ਸੀਗਾ, ਹੈਨਾ? ਇਸ ਕਰਕੇ ਵੀ ਮੈਂ ਇਹ ਗੱਲ ਸੁਣ ਕੇ ਹੈਰਾਨ ਆ ਜਾਂ ਦੇਖ ਕੇ ਹੈਰਾਨ ਆ ਕਿ ਦੇਖ ਲਓ ਅੱਜ ਕੱਲ
ਕਿ ਜਿਹੜੇ ਡਰਮ ਬਣਦੇ ਆ ਉਹ ਲੋਹੇ ਦੇ ਬਣਦੇ ਆ ਜੀ ਤੇ ਪੁਰਾਣੇ ਸਮੇਂ ਦੇ ਵਿੱਚ ਮਿੱਟੀ ਦੇ ਵੀ ਡਰਮ ਹੁੰਦੇ ਸੀਗੇ। ਬਿਲਕੁਲ ਹੁੰਦੇ ਸੀ। ਤੇ ਦੇਖੋ ਕਿ ਉਸ ਸਮੇਂ ਦੇ ਵਿੱਚ ਮਿੱਟੀ ਦੇ ਨਾਲ ਕਿੰਨੀਆਂ ਜ਼ਿਆਦਾ ਕਲਾਵਾਂ ਕੀਤੀਆਂ ਜਾਂਦੀਆਂ ਸੀਗੀਆਂ ਤੇ ਭਾਂਡੇ ਤਾਂ ਬਣਾਉਂਦੇ ਹੁੰਦੇ ਸੀਗੇ, ਪਰ ਜਿਹਨਾਂ ਘਰਾਂ ਦੇ ਵਿੱਚ ਰਹਿਣਾ ਉਹ ਵੀ ਮਿੱਟੀ ਦੇ, ਹਨਾ। ਤੇ ਉਸ ਤੋਂ ਬਾਅਦ ਜਦੋਂ ਦੇਖੋ ਕਿ ਗੱਲ ਆਉਂਦੀ ਸੀਗੀ ਆਪਣੀ ਭਾਂਡਿਆਂ ਤੋਂ ਬਾਅਦ ਜਿਹੜੇ ਘਰ ਦੇ ਵਿੱਚ ਚੁੱਲ੍ਹੇ ਚੌਂਕੇ ਬਣਦੇ ਸੀਗੇ ਉਹ ਵੀ ਮਿੱਟੀ ਦੇ, ਬਿਲਕੁਲ ਲੋਹ ਬਣਨੀ ਉਹ ਵੀ ਮਿੱਟੀ ਦੀ, ਤੰਦੂਰ ਵੀ ਮਿੱਟੀ ਦਾ, ਜਿਹਦੇ ਬਾਰੇ ਅਸੀਂ ਗੱਲ ਕੀਤੀ ਆ ਪਿਛਲੇ ਐਪੀਸੋਡ ਦੇ ਵਿੱਚ, ਹਨਾ। ਸੋ ਗੱਲ ਇਹ ਆ ਕਿ ਮਿੱਟੀ ਦੇ ਨਾਲ ਇੰਨਾ ਕੁਝ ਸੋਚ ਵੀ ਲੈਣਾ ਨਾ ਆਪਣੇ ਆਪ ਚ ਵੱਡੀ ਗੱਲ ਹੈ। ਬਿਲਕੁਲ। ਸੋ ਆਪਾਂ ਹੁਣ ਹੌਲੀ ਹੌਲੀ ਗੱਲ ਕਰ ਰਹੇ ਹਾਂ ਕਿ ਮਿੱਟੀ ਦੇ ਨਾਲ ਭੜੋਲੇ ਦੇ ਨਾਲ ਇੱਕ ਹੋਰ ਕਹਿ ਲੋ ਕਿ ਇੱਕ ਲੋਕ ਗੀਤ ਵੀ ਬਹੁਤ ਪ੍ਰਚਲਿਤ ਆ ਜੀ ਕਿ ਜਦੋਂ ਜਿਹੜੀ ਇੱਕ ਮੋਟੀ ਔਰਤ ਹੁੰਦੀ ਸੀਗੀ ਜੇ ਤੋਂ ਨੱਚਿਆ ਨਾ ਜਾਵੇ ਉਹਨੂੰ ਕਹਿੰਦੇ ਹੁੰਦੇ ਸੀਗੇ ਇਹ ਤਾਂ ਹੈ ਭੜੋਲੇ ਵਰਗੀ, ਜੀ ਇਹ ਤੋਂ ਕੀ ਨੱਚ ਹੋਣਾ। ਸਹੀ ਗੱਲ ਹੈ। ਇਦਾਂ ਦਾ ਇੱਕ ਗੀਤ ਸੀਗਾ, ਲੋਕ ਗੀਤ, ਹਾਂ ਬੜਾ ਫੇਮਸ, ਬੜਾ ਪ੍ਰਚਲਿਤ ਸੀਗਾ। ਤੇ ਇਸ ਤੋਂ ਇਲਾਵਾ ਭੜੋਲਿਆਂ ਦੇ ਵਿੱਚ ਗੁੜ ਪਾ ਲੈਣਾ, ਮੱਕੀ ਜਾਂ ਹੋਰ ਕਈ ਕੁਝ ਘਰ ਦੀਆਂ ਹੋਰ ਚੀਜ਼ਾਂ ਵੀ, ਇੱਥੋਂ ਤੱਕ ਤਾਂ ਕਈ ਵਾਰ ਭੜੋਲਿਆਂ ਦੇ ਵਿੱਚ ਕਹਿ ਲੋ ਕਿ ਕੱਪੜੇ ਵਗੈਰਾ ਵੀ ਰੱਖ ਦਿੰਦੇ ਸੀਗੇ ਖਾਲੀ ਕਰਕੇ, ਕਿ ਕਿੰਨੇ ਕੰਮ ਲੈ ਲੈਂਦੇ ਸੀਗੇ ਦੇਖ ਲਓ ਇੱਕ ਚੀਜ਼ ਤੋਂ, ਹਨਾ। ਤੇ ਦੇਖੋ ਇੱਕ ਚੀਜ਼ ਨੂੰ ਇੰਨੀ ਮਿਹਨਤ ਦੇ ਨਾਲ ਜਦੋਂ ਤੁਸੀਂ ਬਣਾਉਂਦੇ ਹੋ ਤੇ ਸਾਡਾ ਕੋਈ ਕੱਪੜਾ ਜਿਹੜਾ ਪੁਰਾਣਾ ਹੋ ਜਾਵੇ ਨਾ ਉਹਨੂੰ ਵੀ ਸੁੱਟਣ ਨੂੰ ਦਿਲ ਨਹੀਂ ਕਰਦਾ, ਜਿਹੜਾ ਸਾਡਾ ਪਿਆਰਾ ਹੋਵੇ। ਤੇ ਇਹ ਤਾਂ ਫਿਰ ਹੱਥੀ ਬਣਾਇਆ ਹੋਇਆ ਕਲਾਕਾਰੀ ਕੀਤੀ ਹੋਈ ਚੀਜ਼ ਹੁੰਦੀ ਸੀਗੀ। ਨਾਲੇ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਵੀ ਜਿਹੜੀਆਂ ਘਰ ਦੀਆਂ ਬੀਬੀਆਂ ਹੁੰਦੀਆਂ ਨੇ ਨਾ ਉਹ ਘਰ ਦੀ ਚੀਜ਼ ਨੂੰ ਜਲਦੀ ਸੁੱਟਦੀਆਂ ਨਹੀਂ ਆ। ਬਿਲਕੁਲ। ਤੇ ਇੱਕ ਚੀਜ਼ ਦਾ ਇਸਤੇਮਾਲ ਬਾਰ-ਬਾਰ ਕਰਨਾ ਤੇ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਕਰਨਾ, ਇਹ ਤਾਂ ਬੀਬੀਆਂ ਨੂੰ ਚੰਗੀ ਤਰ੍ਹਾਂ ਆਉਂਦਾ ਆ। ਹਾਂ ਬਿਲਕੁਲ ਆਉਂਦਾ ਆ। ਤੇ ਭੜੋਲੇ ਦਾ ਜਿਹੜਾ ਉੱਪਰਲਾ ਹਿੱਸਾ ਹੁੰਦਾ ਸੀਗਾ ਉਹਦੇ ਵਿੱਚ ਵੀ ਇੱਕ ਛੋਟਾ ਜਿਹਾ ਢੱਕਣ ਰੱਖਿਆ ਜਾਂਦਾ ਸੀ, ਇੱਕ ਥੱਲੇ ਦਰਵਾਜ਼ੀ ਰੱਖੀ ਜਾਂਦੀ ਸੀਗੀ ਕਿ ਸਮਾਨ ਕੱਢ ਲਿਆ ਜਾਂ ਪਾ ਲਿਆ, ਇੱਕ ਢੱਕਣ ਛੋਟਾ ਜਿਹਾ ਉੱਪਰ ਰੱਖਿਆ ਜਾਂਦਾ ਸੀਗਾ ਜਿਹਨੂੰ ਚਾਪੜ ਕਹਿੰਦੇ ਸੀਗੇ। ਸੋ ਇਹ ਤਾਂ ਗੱਲਾਂ ਹੁਣ ਆਪਾਂ ਕਰਦੇ ਹੀ ਰਹਿਣਾ ਆ। ਤੇ ਹੁਣ ਆਪਾਂ ਅੱਗੇ ਗੱਲ ਕਰਨੀ ਆ। ਹਾਂਜੀ। ਮਤਲਬ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਮਿੱਟੀ ਦੇ ਜਿਹੜੇ ਆ ਭਾਂਡੇ ਬਣੇ ਆ ਜਾਂ ਮਿੱਟੀ ਦੀਆਂ ਕਲਾਵਾਂ ਆ, ਜਿੱਦਾਂ ਹੁਣ ਭੜੋਲੇ ਦੀ ਗੱਲ ਕੀਤੀ ਆ, ਇੱਕ ਜਿਹੜੀ ਬਹੁਤ ਖਾਸ ਚੀਜ਼ ਹੁੰਦੀ ਸੀ ਹਰੇਕ ਭਾਂਡੇ ਦੇ ਉੱਪਰ, ਜੀ ਭੜੋਲੇ ਦੇ ਜਿਹੜੇ ਉੱਪਰ ਹਨਾ ਕਲਾਕਾਰੀ ਬਹੁਤ ਸੋਹਣੀ ਕਰਦੇ ਸੀਗੇ। ਅੱਛਾ। ਹਾਂ ਤੇ ਇਹਨੂੰ ਮੰਨ ਲਓ ਕਿ ਘਰ ਵਿੱਚ ਜਗ੍ਹਾ ਥੋੜੀ ਆ ਤੇ ਭੜੋਲੇ ਨੂੰ ਘਰ ਦੇ ਆਕਾਰ ਦੇ ਹਿਸਾਬ ਨਾਲ ਵੀ ਬਣਾ ਦਿੰਦੇ ਸੀਗੇ ਕਿ ਕਮਰੇ ਦੇ ਵਿੱਚ ਠੀਕ ਆ ਜਾਵੇ, ਵੱਡਾ ਛੋਟਾ ਜਿੱਦਾਂ ਦਾ ਵੀ ਹੋ ਸਕੇ ਉਸ ਤਰ੍ਹਾਂ ਬਣਾ ਦਿੰਦੇ ਸੀਗੇ। ਤੇ ਉਸ ਤੋਂ ਬਾਅਦ ਇਹਨੂੰ ਲਿਪ ਪੋਚ ਕੇ ਪਾਂਡੂ ਦੀ ਮਿੱਟੀ ਲਾ ਕੇ ਉੱਪਰ ਕਲਾਕਾਰੀ ਬਹੁਤ ਸੋਹਣੀ ਕਰਦੇ ਸੀਗੇ। ਜੀ ਹਾਂ, ਚਿੜੀਆਂ ਬਣਾ ਲੀਆਂ, ਕਾਂ ਬਣਾ ਲਿਆ ਜਾਂ ਕੁਝ ਹੋਰ ਬਣਾ ਲਿਆ, ਜੋ ਵੀ ਮਤਲਬ ਔਰਤਾਂ ਦੇ ਮਨ ਵਿੱਚ ਆਉਂਦਾ ਉਹ ਬਣਾ ਦਿੰਦੇ ਸੀਗੇ। ਤੇ ਨਾਲ ਨਾਲ ਮੈਂ ਵੀ ਜਦੋਂ ਇਸ ਬਾਰੇ ਪੜ੍ਹਿਆ ਆ ਹੈਨਾ ਕਲਾਵਾਂ ਬਾਰੇ, ਕਿ ਔਰਤਾਂ ਖਾਸ ਤੌਰ ਤੇ ਜਦੋਂ ਕਲਾਵਾਂ ਕਰਦੀਆਂ ਹੁੰਦੀਆਂ ਸੀ, ਖਾਸ ਤੌਰ ਤੇ ਜਦੋਂ ਔਰਤਾਂ ਉੱਪਰ ਪੂਰੀ ਚਿੱਤਰਕਾਰੀ ਕਰਦੀਆਂ ਸੀਗੀਆਂ ਤੇ ਨਾਲ ਨਾਲ ਗਾਉਂਦੀਆਂ ਵੀ ਹੁੰਦੀਆਂ ਸੀਗੀਆਂ, ਹੈਨਾ। ਜੀ ਇਹ ਤਾਂ ਹੁੰਦਾ ਹੀ ਸੀ ਕਿਉਂਕਿ ਜਿੰਨੀਆਂ ਵੀ ਮਿੱਟੀ ਦੀਆਂ ਕਲਾਵਾਂ ਨੇ ਜ਼ਿਆਦਾਤਰ ਘਰ ਦੀਆਂ ਜਿਹੜੀਆਂ ਬੀਬੀਆਂ ਹੁੰਦੀਆਂ ਸੀ, ਔਰਤਾਂ ਹੁੰਦੀਆਂ ਸੀ, ਉਹੀ ਕਰਦੀਆਂ ਹੁੰਦੀਆਂ ਸੀ। ਕਿਉਂਕਿ ਜਿਹੜੇ ਮਰਦ ਹੁੰਦੇ ਸੀ ਉਹ ਜ਼ਿਆਦਾਤਰ ਤਾਂ ਖੇਤਾਂ ਦੇ ਵਿੱਚ ਹੀ ਰਹਿੰਦੇ ਸੀਗੇ ਤੇ ਪਿੱਛੋਂ ਘਰ ਕਿੰਨੇ ਸੰਭਾਲਣਾ ਆ, ਬੀਬੀਆਂ ਨੇ। ਸੋ ਬੀਬੀਆਂ ਇੰਨੀ ਸੋਹਣੀ ਕਲਾਕਾਰੀ ਕਰਦੀਆਂ ਸੀ। ਤੇ ਮੈਂ ਹੁਣ ਸੋਚ ਵੀ ਰਹੀ ਹਾਂ ਕਿ ਉਸ ਸਮੇਂ ਦੇ ਵਿੱਚ ਦੇਖੋ ਨਿੱਕੀ ਨਿੱਕੀ ਚੀਜ਼ ਦੇ ਉੱਤੇ ਇੰਨੀ ਮਿਹਨਤ ਲਗਾਉਣੀ ਅੱਜ ਕੱਲ ਕਿੱਥੇ ਦੇਖਣ ਨੂੰ ਮਿਲਦੀ ਆ, ਬਿਲਕੁਲ ਵੀ ਨਹੀਂ ਮਿਲਦੀ। ਸੋ ਇਹ ਤਾਂ ਤੁਸੀਂ ਹੁਣ ਗੱਲ ਕੀਤੀ ਭੜੋਲੇ ਦੀ, ਤੇ ਇਹਦੇ ਨਾਲ ਅੱਛਾ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ। ਤੁਸੀਂ ਹੁਣ ਮੈਨੂੰ ਪਤਾ ਕੀ ਸ਼ੁਰੂ ਕਰਨਾ ਆ, ਤੁਸੀਂ ਚੱਕੀ ਸ਼ੁਰੂ ਕਰਨੀ ਆ, ਪਰ ਉਸ ਤੋਂ ਪਹਿਲਾਂ ਮੈਨੂੰ ਗੱਲ ਦੱਸੋ ਕਿ ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮਿੱਟੀ ਦਾ ਛੋਟਾ ਜਿਹਾ ਤੰਦੂਰ ਜਾਂ ਕੁਝ ਵੀ ਬਣਾਉਣਾ ਆ, ਤੁਸੀਂ ਬਣਾ ਸਕਦੇ ਆ? ਮੈਂ ਮਿੱਟੀ ਦਾ ਚੁੱਲ੍ਹਾ ਜ਼ਰੂਰ ਬਣਾ ਸਕਦੀ ਆ। ਤੇ ਉਹਦੇ ਉੱਪਰ ਕਲਾਕਾਰੀ ਕਰ ਸਕਦੇ ਆ? ਕਲਾਕਾਰੀ ਮਤਲਬ ਇਦਾਂ ਆ ਕਿ ਮੈਂ ਦੇਖਿਆ ਨਹੀਂ ਪਹਿਲਾਂ ਕਿੱਦਾਂ ਕਰਦੇ ਹੁੰਦੇ ਸੀ। ਕੁਝ ਨਹੀਂ ਉਹਦੇ ਉੱਪਰ ਕਾਂ ਜਾਂ ਚਿੜੀ ਜਾਂ ਕੁਝ ਬਣਾ ਲੈਣਾ। ਮੈਂ ਉਹੀ ਗੱਲ ਕਰ ਰਹੀ ਆ ਕਿ ਮੈਂ ਨਹੀਂ ਦੇਖਿਆ ਪਹਿਲਾਂ ਕਿੱਦਾਂ ਕਰਦੇ ਸੀ, ਪਰ ਜਿਹੜਾ ਮੈਂ ਆਪਣੇ ਦਿਮਾਗ ਦੇ ਨਾਲ ਕੁਝ ਵੀ ਸੋਚੂੰਗੀ ਤਾਂ ਮੈਂ ਉਹ ਬਣਾ ਸਕਦੀ ਆ। ਅੱਛਾ ਮਤਲਬ ਬਣਾ ਸਕਦੇ ਹੋ? ਮੈਂ ਬਣਾ ਸਕਦੀ ਆ, ਇਹ ਚੈਲੰਜ ਰਿਹਾ। ਹਾਂ ਮੈਂ ਤਾਂ ਹੀ ਕਿਹਾ ਆ ਕਿ ਚਲੋ ਆਪਾਂ ਜ਼ਰੂਰ ਦੇਖਾਂਗੇ ਤੁਸੀਂ ਕੀ ਬਣਾਉਂਦੇ ਆ। ਏਦਾਂ ਕਰਿਓ ਤੁਸੀਂ ਮੈਨੂੰ ਚੀਕਣੀ ਮਿੱਟੀ ਲਿਆ ਕੇ ਦਈਓ। ਮੈਂ ਹਾਂ ਠੀਕ ਆ ਤੇ ਨਾਲੇ ਤੂੜੀ ਲਿਆ ਕੇ ਦਈਓ। ਪੱਕੀ ਗੱਲ ਆ। ਤੇ ਚੁੱਲ੍ਹਾ ਤੁਹਾਨੂੰ ਮੈਂ ਬਣਾ ਕੇ ਦੇ ਦੂੰਗੀ। ਠੀਕ ਆ। ਅੱਗ ਵੀ ਫਿਰ ਤੁਸੀਂ ਆਪ ਹੀ ਲਾ ਲਿਓ, ਨਾ ਕਹੀਓ ਕਿ ਮੈਨੂੰ ਅੱਗ ਵੀ ਲਾ ਕੇ ਦੇ ਵਿੱਚ। ਅੱਗ ਤੁਸੀਂ ਵਧੀਆ ਲਾ ਲੈਣੇ ਆ। ਠੀਕ ਆ ਚਲੋ ਹੁਣ ਆਪਾਂ ਅੱਗੇ ਵਧਦੇ ਆ। ਤੇ ਮੈਂ ਉਹੀ ਗੱਲ ਕਰ ਰਹੀ ਸੀ ਕਿ ਦੇਖੋ ਬੀਬੀਆਂ ਜਿਹੜੀਆਂ ਘਰ ਦੀਆਂ ਹੁੰਦੀਆਂ ਸੀ ਨਾ ਉਹ ਸਾਰਾ ਘਰ ਸੰਭਾਲਦੀਆਂ ਸੀ, ਤੇ ਚਾਹੇ ਘਰ ਦੇ ਵਿੱਚ ਇੱਕ ਔਰਤ ਹੋਵੇ ਉਹ ਵੀ ਘਰ ਨੂੰ ਸੰਭਾਲ ਲੈਂਦੀ ਸੀ।
ਤੇ ਅੱਜ ਦੇਖੋ ਸਾਡੇ ਘਰੇ ਕੀ ਹੋਇਆ। ਤੁਹਾਡੇ ਘਰੇ ਅੱਜ ਫੇਰ ਕੁਝ ਹੋਇਆ? ਮੈਂ ਉਹੀ ਮੇਰੀ ਜਿਹੜੀ ਗੱਲ ਆ ਨਾ ਉੱਥੇ ਪਹੁੰਚ ਗਈ ਕਿ ਪਹਿਲਾਂ ਇੱਕ ਬੀਬੀ ਵੀ ਨਾ ਸਾਰੇ ਘਰ ਦਾ ਕੰਮ ਏਦਾਂ ਨਵੇੜ ਲੈਂਦੀ ਸੀ ਜਿੱਦਾਂ ਹੋਇਆ ਹੀ ਕੁਝ ਨਹੀਂ ਹੁੰਦਾ। ਹਾਂ ਬਿਲਕੁਲ। ਤੇ ਅੱਜ ਦੇਖੋ ਘਰੇ ਕੀ ਹੋਇਆ, ਇੱਕ ਦਾਲ ਨੂੰ 3 ਜਣਿਆਂ ਨੇ ਬਣਾਇਆ। ਕਿਹੜੀ ਦਾਲ ਸੀਗੀ? ਦਾਲ ਸੀ ਜੀ ਮੂੰਗੀ ਦੀ। ਤੇ ਹੋਇਆ ਕੀ, ਮੇਰੀ ਮਨਪਸੰਦ। ਬੜੀ ਲੈ ਕੇ ਆਏ ਆ? ਨਹੀਂ ਲੈ ਕੇ ਨਹੀਂ ਮੈਂ ਆਈ, ਗਲਤ ਗੱਲ ਹੈ। ਮੈਂ ਦੱਸ ਰਹੀ ਆ ਕਿ ਅੱਜ ਹੋਇਆ ਕੀ ਕਿ ਛੋਟੀ ਭੈਣ ਨੇ ਦਾਲ ਚੜਾ ਦਿੱਤੀ ਗੈਸ ਦੇ ਉੱਤੇ। ਚੁੱਲ੍ਹੇ ਤੇ ਨਹੀਂ ਚੜਾਉਂਦੇ ਤੁਸੀਂ? ਨਹੀਂ ਅਸੀਂ ਗੈਸ ਤੇ ਹੀ ਚੜਾਉਂਦੇ। ਠੀਕ ਹੈ। ਤਾਂ ਜੀ ਦਾਲ ਚੜਾਤੀ ਉਹਨੇ ਚੁੱਲ੍ਹੇ ਤੇ, ਗੈਸ ਤੇ ਮਤਲਬ। ਤੇ ਉਸ ਤੋਂ ਬਾਅਦ ਮੰਮੀ ਕਹਿੰਦੇ ਕਿ ਤੂੰ ਤੜਕਾ ਲਗਾ ਦੇ। ਮੈਂ ਕਿਹਾ ਠੀਕ ਹੈ ਮੈਂ ਲਗਾਉਣੀ ਆ। ਮੈਂ ਅੰਦਰ ਮਾੜਾ ਜਿਹਾ ਬੈਠ ਗਈ, ਮੰਮੀ ਨੇ ਪਿਆਜ਼ ਕੱਟੇ, ਸਾਰਾ ਸਮਾਨ ਉਹਦਾ ਕੱਟ ਕੇ ਤੜਕੇ ਦਾ, ਤੇ ਮੁੜ ਕੇ ਜੀ ਤੜਕਾ ਮੈਂ ਲਾਇਆ ਫਿਰ। ਤੇ 3 ਜਣਿਆਂ ਨੇ ਦਾਲ ਬਣਾਈ। ਹੁਣ ਛੋਟਾ ਭਰਾ ਕਹਿੰਦਾ ਕਿ ਕੋਈ ਕੁਝ ਰਹਿ ਗਿਆ ਤਾਂ ਦੱਸ ਦਿਓ ਮੈਂ ਵੀ ਕਰ ਦਿੰਦਾ ਆ। ਮੈਂ ਕਿਹਾ ਗੈਸ ਬੰਦ ਕਰ ਦੇ ਬਸ। ਮੈਨੂੰ ਨਾ ਜਦੋਂ ਹੁਣ ਆਪਾਂ ਗੱਲ ਕਰਦੇ ਪਏ ਆ ਘਰ ਦੀਆਂ ਬੀਬੀਆਂ ਦੀ ਵੀ, ਮੈਨੂੰ ਇੱਕ ਗੱਲ ਯਾਦ ਆ ਗਈ। ਦੱਸੋ। ਮੇਰੇ ਨਾਲ ਕੱਲ ਕੀ ਹੋਇਆ। ਮੈਂ ਇੱਕ ਦੁਕਾਨ ਤੇ ਗਿਆ ਥੋੜਾ ਘਰ ਦਾ ਸਮਾਨ ਲੈਣ ਜੀ। ਤੇ ਸਾਡੇ ਪਿੰਡ ਦੇ ਹੀ ਕਹਿ ਲੋ ਕਿ ਉਹ ਬੀਬੀ ਸੀਗੀ, ਗੱਡੀ ਦੇ ਵਿੱਚ ਆਏ ਸੀਗੇ। ਅੱਛਾ। ਵਧੀਆ ਗੱਡੀ, ਏਸੀ ਵਾਲੀ ਗੱਡੀ। ਮੈਂ ਦੁਕਾਨ ਤੋਂ ਬਾਹਰ ਨਿਕਲਿਆ, ਮੈਨੂੰ 10 ਦਿਨ ਵੀ ਹਾਸਾ ਆ ਰਿਹਾ ਆ। ਮੈਂ ਦੁਕਾਨ ਤੋਂ ਬਾਹਰ ਨਿਕਲਿਆ, ਬੀਬੀ ਨੇ ਦਰਵਾਜ਼ਾ ਖੋਲਿਆ ਗੱਡੀ ਦਾ ਤੇ ਪੱਖੀ ਚੱਲਦੀ। ਬਾਲੇ ਸਾਊ ਹੁੰਦੇ ਨਾ ਪਿੰਡ ਵਾਲੇ। ਮੈਂ ਕਹਿੰਦਾ ਕਿ ਮੈਨੂੰ ਇੰਨਾ ਹਾਸਾ ਆ। ਮੈਂ ਦੇਖਾਂ ਕਿ ਮੈਂ ਜਾ ਕੇ ਪੁੱਛਾਂ ਕਿ ਤੁਹਾਡੀ ਗੱਡੀ ਇੰਨੀ ਵਧੀਆ ਆ, ਏਸੀ ਵਾਲੀ ਗੱਡੀ ਆ, ਤੁਸੀਂ ਏਸੀ ਚਲਾ ਕੇ ਬੈਠੋ। ਮੈਂ ਹੈਰਾਨ ਹੋ ਗਿਆ। ਬੀਬੀ ਨੇ ਦਰਵਾਜ਼ਾ ਖੋਲਿਆ, ਐ ਦੂਓ ਦੂਈ ਪੱਖੀ ਝੱਲਣ ਲੱਗੇ, ਪਸੀਨੇ ਨਾਲ ਭਿੱਜੇ ਪਏ ਕਿ ਮੈਂ ਕਿਹਾ ਏਸੀ ਨਹੀਂ ਆਨ ਹੋਇਆ ਤੁਹਾਡੇ ਤੋਂ। ਚਲੋ ਕਈ ਵਾਰੀ ਕੀ ਹੁੰਦਾ ਕਿ ਪਿੰਡ ਦੇ ਲੋਕ ਜਾਂ ਫਿਰ ਉਹਨਾਂ ਲੋਕਾਂ ਦੀ ਗੱਲ ਕਰਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਅੱਜ ਦੀ ਟੈਕਨੋਲੋਜੀ ਦੇ ਬਾਰੇ ਜਾਂ ਫਿਰ ਅੱਜ ਕੱਲ ਜਿਹੜੀਆਂ ਚੀਜ਼ਾਂ ਵਿਕਸਿਤ ਹੋ ਚੁੱਕੀਆਂ ਨੇ। ਸੋ ਗੱਲ ਇਹ ਹੈ ਕਿ ਇਹਨੂੰ ਤਾਂ ਅਸੀਂ ਭੋਲਾਪਨ ਵੀ ਕਹਿ ਸਕਦੇ ਆ, ਤੇ ਜਿਹਨੂੰ ਨੌਲੇਜ ਨਹੀਂ ਹੈਗੀ ਉਹ ਵੀ ਲੋਕ ਇਸੇ ਕੈਟਾਗਰੀ ਚ ਆ ਜਾਂਦੇ ਨੇ। ਪਰ ਜਿਹੜਾ ਵੀ ਬੰਦਾ ਉਹ ਗੱਡੀ ਚਲਾ ਰਿਹਾ ਹੋਣਾ ਆ ਜਾਂ ਉਤਰ ਕੇ ਗਿਆ ਹੋਣਾ ਸਮਾਨ ਲੈਣ, ਉਹਨੂੰ ਚਾਹੀਦਾ ਸੀਗਾ ਕਿ ਬੀਬੀ ਨੂੰ ਕਿਤੇ ਏਸੀ ਲਾ ਕੇ ਬਿਠਾ ਦੇ। ਇਹ ਤਾਂ ਸਾਨੂੰ ਆਪ ਨੂੰ ਹੀ ਚਾਹੀਦਾ ਨਾ। ਪਰ ਮੈਂ ਹੈਰਾਨ ਵੀ ਇਸ ਗੱਲ ਤੋਂ ਸੀਗਾ ਕਿ ਬੀਬੀ ਪੱਖੀ ਘਰੋਂ ਲੈ ਕੇ ਤੁਰੀ ਸੀ। ਹਾਂ ਇਹ ਵੀ ਹੋ ਸਕਦਾ ਹੈ। ਤੇ ਜੇ ਘਰੋਂ ਤੁਰੀ ਹੋਵੇ ਲੈ ਕੇ ਤੇ ਨਾਲ ਵਾਲੇ ਨੂੰ ਤਾਂ ਪਤਾ ਹੀ ਹੋਣਾ ਵੀ ਪੱਖੀ ਪਈ ਆ ਕੋਲ। ਕੀ ਪਤਾ ਉਹਨਾਂ ਨੂੰ ਏਸੀ ਦੀ ਹਵਾ ਨਾ ਕਹਿ ਲੋ ਕਿ ਸਹੀ ਲੱਗਦੀ ਹੋਵੇ, ਕੁਝ ਵੀ ਹੋ ਸਕਦਾ। ਚਲੋ ਇਹ ਤਾਂ ਇੱਕ ਗੱਲ ਆ, ਪਰ ਗੱਲਾਂ ਬਹੁਤ ਨੇ ਹੋਰ ਵੀ। ਤੇ ਆਪਾਂ ਪਹਿਲਾਂ ਹੁਣ ਗੀਤ ਸੁਣ ਲਈਏ। ਬਿਲਕੁਲ। ਸੋ ਹੁਣ ਗੱਲ ਚੱਲ ਰਹੀ ਸੀ ਜੀ ਕਿ ਮਿੱਟੀ ਦੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਬਿਲਕੁਲ। ਤੇ ਗੱਲ ਕਰਦੇ ਹਾਂ ਹੁਣ ਆਪਾਂ ਚੱਕੀ ਦੀ। ਤੇ ਪੁਰਾਣੇ ਸਮੇਂ ਦੇ ਵਿੱਚ ਨਾ ਚੱਕੀ ਜਿਹੜੀ ਹੁੰਦੀ ਸੀ ਉਹ ਸਭ ਤੋਂ ਜ਼ਰੂਰੀ ਕਹਿ ਲੋ ਕਿ ਚੀਜ਼ ਮੰਨੀ ਜਾਂਦੀ ਸੀ ਘਰ ਦੇ ਵਿੱਚ, ਕਿਉਂਕਿ ਚੱਕੀ ਦੇ ਨਾਲ ਆਟਾ ਪੀਸਿਆ ਜਾਂਦਾ ਸੀ। ਬਿਲਕੁਲ। ਸੋ ਆਟੇ ਪੀਸਣ ਦੇ ਲਈ ਪਹਿਲਾਂ ਕੁਝ ਵੀ ਇਦਾਂ ਦਾ ਟੈਕਨੋਲੋਜੀ ਨਹੀਂ ਆਈ ਸੀ ਜਿੱਦਾਂ ਦੀ ਅੱਜ ਚੱਕੀਆਂ ਆ ਗਈਆਂ ਨੇ ਬਿਜਲੀ ਦੇ ਨਾਲ ਚੱਲਣ ਵਾਲੀਆਂ। ਪਰ ਪਹਿਲਾਂ ਕੀ ਹੁੰਦਾ ਸੀਗਾ ਕਿ ਦੂਜੀਆਂ ਚੱਕੀਆਂ ਹੁੰਦੀਆਂ ਸੀ। ਸੋ ਜੇ ਮੈਂ ਹੋਰ ਥੋੜਾ ਪਿੱਛੇ ਚਲੇ ਜਾਵਾਂ ਪੁਰਾਣੇ ਸਮੇਂ ਦੇ ਵਿੱਚ, ਤੇ ਜਦੋਂ ਚੱਕੀਆਂ ਵੀ ਨਹੀਂ ਹੁੰਦੀਆਂ ਸੀਗੀਆਂ ਉਦੋਂ ਲੋਕੀ ਕੀ ਕਰਦੇ ਹੁੰਦੇ ਸੀਗੇ ਕਿ ਰੋਟੀ ਖਾਣ ਵਾਸਤੇ ਦਾਣਿਆਂ ਨੂੰ ਥਾਪੜ ਕੇ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਫਿਰ ਉਹਦਾ ਜਿਹੜਾ ਆਟਾ ਬਣਾਉਂਦੇ ਹੁੰਦੇ ਸੀਗੇ। ਉਸ ਤੋਂ ਬਾਅਦ ਰੋਮਨ ਤੇ ਯੂਨਾਨ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਫਿਰ ਚੱਕੀ ਦੀ ਕਾਢ ਕੱਢੀ। ਚੱਕੀ ਨੂੰ ਪਤਾ ਤੁਹਾਨੂੰ ਕਿੱਦਾਂ ਬਣਾਉਂਦੇ ਸੀਗੇ? ਨਹੀਂ ਪਤਾ ਤਾਂ ਚਲੋ ਮੈਂ ਦੱਸ ਦਿੰਦੀ ਆ ਸਾਰੀ ਡਿਟੇਲ ਦੇ ਵਿੱਚ। ਕੀ ਹੁੰਦਾ ਸੀ, ਚੱਕੀ ਦੇ 2 ਪੁੜ ਹੁੰਦੇ ਸੀਗੇ। ਹੁਣ ਉੱਪਰਲਾ ਹਿੱਸਾ ਤੇ ਥੱਲੜਲਾ ਹਿੱਸਾ। ਹੁਣ ਦੋਨਾਂ ਹਿੱਸਿਆਂ ਦੇ ਵਿੱਚ ਦਾਣੇ ਨੂੰ ਪਾ ਕੇ ਤੇ ਫਿਰ ਉਸ ਨੂੰ ਪੀਸਿਆ ਜਾਂਦਾ ਸੀਗਾ। ਹੁਣ ਉਹਨਾਂ ਦੋਨਾਂ ਪੁੜਾਂ ਨੂੰ ਬਣਾਇਆ ਕਿੱਦਾਂ ਜਾਂਦਾ ਸੀ? ਜਿਹੜੀ ਚੱਕੀ ਹੁੰਦੀ ਸੀ ਨਾ ਉਹ ਪੱਥਰ ਤੇ ਮਿੱਟੀ ਦੇ ਸੁਮੇਲ ਦੇ ਨਾਲ ਬਣਦੀ ਸੀ। ਔਰ ਦੋਨਾਂ ਤੋਂ ਅਗਰ ਇੱਕ ਚੀਜ਼ ਵੀ ਕੱਢ ਦਿੱਤੀ ਜਾਵੇ ਦੋਨਾਂ ਦੇ ਵਿੱਚੋਂ ਤਾਂ ਚੱਕੀ ਨਹੀਂ ਬਣ ਸਕਦੀ ਸੀ। ਸੋ ਇਸ ਕਰਕੇ ਦੋਨਾਂ ਨੂੰ ਮਿਲਾ ਕੇ ਜਿਹੜੀਆਂ ਘਰ ਦੀਆਂ ਬੀਬੀਆਂ ਹੁੰਦੀਆਂ ਸੀ, ਹਰ ਘਰ ਦੇ ਵਿੱਚ ਚੱਕੀ ਤੁਹਾਨੂੰ ਦੇਖਣ ਨੂੰ ਮਿਲ ਹੀ ਜਾਂਦੀ ਸੀ। ਤੇ ਬੀਬੀਆਂ ਘਰ ਦੇ ਵਿੱਚ ਆਪ ਹੀ ਚੱਕੀ ਬਣਾ ਲੈਂਦੀਆਂ ਹੁੰਦੀਆਂ ਸੀਗੀਆਂ। ਸੋ ਘਰ ਦੇ ਵਿੱਚ ਜੇ ਉਹਨਾਂ ਨੇ ਇੱਕ ਪੱਥਰ ਤੇ ਮਿੱਟੀ ਦੇ ਨਾਲ ਉਸ ਨੂੰ ਮਿਲਾ ਕੇ ਚੰਗੀ ਤਰ੍ਹਾਂ ਤੇ ਉਹਦੀ ਚੱਕੀ ਤਿਆਰ ਕੀਤੀ ਜਾਂਦੀ ਸੀਗੀ। ਤੇ ਜਿਹੜਾ ਥੱਲੜਲਾ ਪੁੜ ਹੁੰਦਾ ਸੀਗਾ ਉਸ ਨੂੰ ਫਿਕਸ ਰੱਖਿਆ ਜਾਂਦਾ ਸੀ ਕਿ ਮਤਲਬ ਉਹ ਹਿੱਲ ਨਹੀਂ ਸਕਦਾ ਸੀਗਾ। ਤੇ ਜਿਹੜਾ ਉੱਪਰਲਾ ਪੁੜ ਹੁੰਦਾ ਸੀਗਾ ਉਹਦੇ ਵਿੱਚ ਆਟਾ ਜਾਂ ਜਿਹਨੂੰ ਬਣਾਉਣ ਵਾਸਤੇ ਦਾਣੇ ਦੀ ਲੋੜ ਹੁੰਦੀ ਆ ਤੇ ਦਾਣੇ ਪਾ ਕੇ ਤੇ ਉਸ ਦੇ ਉੱਪਰ ਇੱਕ ਹੱਥੀ ਲਗਾਈ ਜਾਂਦੀ ਸੀ ਜਿੰਨਾ ਚੱਕੀ ਘੁਮਾਈ ਜਾਂਦੀ ਸੀ। ਤੇ ਚੱਕੀ ਘੁਮਾਉਣ ਵਾਸਤੇ ਉੱਪਰਲੇ ਪੁੜ ਨੂੰ ਫਲੈਕਸੀਬਲ ਰੱਖਿਆ ਜਾਂਦਾ ਸੀਗਾ ਤਾਂ ਕਿ ਉਹ ਘੁੰਮ ਸਕੇ। ਸੋ ਉਹਦੇ ਵਿੱਚ ਇੱਕ ਸੁਰਾਖ ਕੀਤਾ ਜਾਂਦਾ ਸੀ ਉੱਪਰ ਜਿਹਦੇ ਵਿੱਚ ਦਾਣੇ ਪਾਉਣੇ ਹੁੰਦੇ ਸੀਗੇ। ਉਸ ਨੂੰ ਅਸੀਂ ਗੱਲਾ ਵੀ ਕਹਿ ਦਿੰਨੇ ਆ। ਤੇ ਉਸ ਨੂੰ ਵੀ ਨਾ 2 ਤਰੀਕਿਆਂ ਨਾਲ ਬਣਾਇਆ ਜਾਂਦਾ ਸੀ ਉਸ ਸੁਰਾਖ ਨੂੰ। ਤੇ ਜੇਕਰ ਮਤਲਬ ਦਾਣੇ ਪੀਣੇ ਨੇ ਤਾਂ ਫਿਰ ਥੋੜਾ ਜਿਹਾ ਮੋਟਾ ਰੱਖਿਆ ਜਾਂਦਾ ਸੀਗਾ, ਤੇ ਜੇ ਦਾਲਾਂ ਪੀਣੀਆਂ ਨੇ ਤਾਂ ਉਸ ਨੂੰ ਥੋੜਾ ਜਿਹਾ ਪਤਲਾ ਰੱਖਿਆ ਜਾਂਦਾ ਸੀਗਾ, ਘੱਟ ਰੱਖਿਆ ਜਾਂਦਾ ਸੀ ਮਤਲਬ। ਸੋ ਥੱਲੜਲੇ ਜਿਹੜੇ ਪੁੜ ਨੂੰ
ਜ਼ਮੀਨ ਦੇ ਵਿੱਚ ਗੱਡ ਵੀ ਦਿੱਤਾ ਜਾਂਦਾ ਸੀ ਤੇ ਜਾਂ ਫਿਰ ਮਿੱਟੀ ਦੀ ਬਣੀ ਹੋਈ ਦੀਵਾਰ ਤੋਂ ਥੋੜਾ ਜਿਹਾ ਉੱਚਾ ਰੱਖ ਕੇ ਉਹਨੂੰ ਗੱਡ ਦਿੱਤਾ ਜਾਂਦਾ ਸੀਗਾ। ਤੇ ਫਿਰ ਉਸ ਦੇ ਉੱਪਰ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਇੱਕ ਹੋਰ ਉੱਪਰ ਵਾਲਾ ਪੁੜ ਹੈਗਾ ਆ ਤੇ ਉਹਦੇ ਉੱਤੇ ਲਾ ਦਿੰਦੇ ਸੀ ਹੱਥੀ, ਜਿਹਦੇ ਨਾਲ ਚੱਕੀ ਨੂੰ ਘੁਮਾਉਣਾ ਹੁੰਦਾ ਸੀਗਾ ਤੇ ਦਾਣੇ ਉਸ ਦੇ ਵਿੱਚ ਪਾ ਕੇ ਉਸ ਨੂੰ ਗੇੜਾ ਦਿੱਤਾ ਜਾਂਦਾ ਸੀਗਾ। ਤੇ ਚੱਕੀ ਬਾਰੇ ਆਪਾਂ ਹੋਰ ਵੀ ਗੱਲਾਂ ਕਰਦੇ ਹਾਂ, ਪਹਿਲਾਂ ਇੱਕ ਬ੍ਰੇਕ ਲੈ ਲਈਏ। ਚਲੋ ਠੀਕ ਹੈ, ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਗੱਲ ਜਿਹੜੀ ਚੱਲ ਰਹੀ ਸੀਗੀ, ਚੱਕੀ ਦੀ ਗੱਲ ਚੱਲ ਰਹੀ ਸੀ। ਹਾਂਜੀ, ਚੱਕੀ ਦੀ ਗੱਲ ਚੱਲ ਰਹੀ ਸੀ। ਤੇ ਤੁਹਾਨੂੰ ਪਤਾ ਵੀ ਗੰਢ ਕਿਹਨੂੰ ਕਹਿੰਦੇ ਨੇ? ਗੰਢ ਜਿਹੜੀ ਆ ਤਸਮਾ, ਜਦਾ ਕਿ ਤਸਮੇ ਨੂੰ ਗੰਢ ਮਾਰੀ ਆ? ਨਹੀਂ ਜੀ ਨਹੀਂ, ਚੱਕੀ ਦੀ ਭਾਸ਼ਾ ਚ ਇਹਨੂੰ ਕੁਝ ਹੋਰ ਕਹਿੰਦੇ ਸੀਗੇ ਕਿ ਜਦੋਂ ਚੱਕੀ ਬਣਾਈ ਜਾਂਦੀ ਸੀ, ਮਤਲਬ ਲਗਾਈ ਜਾਂਦੀ ਸੀ ਨਾ, ਤੇ ਸਭ ਤੋਂ ਪਹਿਲਾਂ ਇੱਕ ਮਿੱਟੀ ਦਾ ਗੋਲ ਆਕਾਰ ਦਾ ਇੱਕ ਪੁਰਜਾ ਜਾਂ ਕਹਿ ਲਓ, ਉਹ ਬਣਾਇਆ ਜਾਂਦਾ ਸੀਗਾ। ਤੇ ਉਹਦੇ ਉੱਤੇ ਚੱਕੀ ਦਾ ਜਿਹੜਾ ਥੱਲੜਲਾ ਹਿੱਸਾ ਹੁੰਦਾ ਸੀ, ਜਿਹੜਾ ਥੱਲੜਲਾ ਪੁੜ ਹੁੰਦਾ ਸੀ, ਉਸ ਨੂੰ ਗੱਡਿਆ ਜਾਂਦਾ ਸੀ ਤੇ ਉਹ ਜਿਹੜਾ ਥੱਲੇ ਵਾਲੀ ਚੀਜ਼ ਹੈ ਨਾ, ਮਿੱਟੀ ਦੀ ਬਣੀ ਹੋਈ, ਉਹਨੂੰ ਗੰਢ ਕਹਿੰਦੇ ਸੀਗੇ, ਹੈਨਾ। ਸੋ ਇਸ ਗੰਢ ਨੂੰ ਬੀਬੀਆਂ ਤਿਆਰ ਕਰਦੀਆਂ ਸੀਗੀਆਂ ਆਪਣੇ ਹਿਸਾਬ ਦੇ ਨਾਲ, ਜਿੱਦਾਂ ਜਿੱਦਾਂ ਚੱਕੀ ਲਾਉਣੀ ਹੁੰਦੀ ਸੀ। ਅੱਛਾ, ਤੇ ਉਹ ਗੰਢ ਨੂੰ ਵੀ ਬੀਬੀਆਂ ਤਿਆਰ ਕਰਦੀਆਂ ਸੀ? ਹਾਂਜੀ, ਮੈਂ ਦੱਸ ਰਹੀ ਹਾਂ ਨਾ ਕਿ ਚੱਕੀ ਹੋ ਗਿਆ, ਜੋ ਵੀ ਆਪਾਂ ਗੱਲਾਂ ਕੀਤੀਆਂ ਨੇ। ਸਾਡੀਆਂ ਬੀਬੀਆਂ ਤਾਂ ਪੁਰਾਣੀਆਂ ਮਕੈਨਿਕ ਸੀਗੀਆਂ। ਸਹੀ ਗੱਲ ਹੈ। ਤੇ ਹੁਣ ਕਰਵਾ ਕੇ ਦੇਖ ਲਓ ਕਿਸੇ ਕੋਲੋਂ, ਹੁਣ ਕਿੱਥੇ? ਕਿਸੇ ਤੋਂ ਕੀ, ਅਸੀਂ ਪੂਜਾ ਸੰਧੂ ਤੋਂ ਕਰਾ ਕੇ ਦੇਖ ਲੈਂਦੇ ਹਾਂ। ਮੈਨੂੰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਮੈਂ ਤੁਹਾਨੂੰ ਦੱਸਿਆ ਆ। ਇਹ ਗੱਲ ਤੁਸੀਂ ਮੇਰੇ ਤੇ ਨਹੀਂ ਕਹਿ ਸਕਦੇ। ਚਲੋ ਠੀਕ ਹੈ, ਮਾਫ ਕਰੋ, ਗਲਤੀ ਹੋ ਗਈ। ਠੀਕ ਹੈ। ਤੇ ਅੱਛਾ, ਚੱਕੀ ਦਾ ਜਿਹੜਾ ਕਹਿ ਲਓ ਕਿ ਇੱਕ ਸਿੱਧਾ ਜਿਹੜਾ ਮਤਲਬ ਸੀਗਾ, ਉਹ ਘਰ ਦੇ ਵਿੱਚ ਆਟਾ ਪੀਣ ਦੇ ਨਾਲ ਮਿਲਦਾ ਹੈਗਾ। ਪਰ ਗੱਲ ਇਹ ਆ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਸੀ, ਜਿੱਦਾਂ ਵਿਆਹ ਸ਼ਾਦੀ ਹੁੰਦੀ ਸੀ ਜਾਂ ਫਿਰ ਕੋਈ ਹੋਰ ਤਿਉਹਾਰ ਮਨਾਇਆ ਜਾਂਦਾ ਸੀਗਾ, ਤੇ ਤੁਹਾਨੂੰ ਪਤਾ ਚੱਕੀਆਂ ਲਾਈਆਂ ਜਾਂਦੀਆਂ ਸੀਗੀਆਂ। ਹਾਂ, ਬਹੁਤ ਸਾਰੀਆਂ, ਹਨਾ। ਤੇ ਉਹਦੇ ਵਿੱਚ ਕੀ ਸੀਗਾ ਕਿ ਪਹਿਲੀਆਂ 7 ਚੱਕੀਆਂ 7 ਸੁਹਾਗਣਾਂ ਲਾਉਂਦੀਆਂ ਹੁੰਦੀਆਂ ਸੀ। ਅੱਛਾ। ਹਾਂ, ਤੇ ਉਸ ਤੋਂ ਬਾਅਦ ਜਿਹੜੀਆਂ ਲਾਗਣਾ ਹੁੰਦੀਆਂ ਸੀ, ਪਹਿਲਾਂ 7 ਸੁਹਾਗਣਾਂ ਤੋਂ ਸ਼ੁਰੂਆਤ ਕਰਵਾ ਕੇ ਤੇ 7 ਸੁਹਾਗਣਾਂ ਜਦੋਂ ਹਟ ਜਾਂਦੀਆਂ ਸੀ, ਉਸ ਤੋਂ ਬਾਅਦ ਜਿਹੜੀਆਂ ਲਾਗਣਾ ਹੁੰਦੀਆਂ ਸੀ ਨਾ, ਉਹ ਨਾ ਚੱਕੀ ਦੇ ਵਿੱਚ ਆਟੇ ਨੂੰ ਪੀਂਦੀਆਂ ਹੁੰਦੀਆਂ ਸੀਗੀਆਂ। ਤੇ ਇਦਾਂ ਹੀ ਹਰ ਘਰ ਦੇ ਵਿੱਚ ਜਦੋਂ ਵੀ ਕੋਈ ਤਿਉਹਾਰ ਜਾਂ ਫਿਰ ਕੋਈ ਵਿਆਹ ਸ਼ਾਦੀ ਹੁੰਦਾ ਸੀ, ਮਤਲਬ ਆਪਣੇ ਦੇਖ ਲਓ, ਆਪਣੇ ਪੁਰਾਤਨ ਪੰਜਾਬ ਦੇ ਵਿੱਚ ਜਾਂ ਅੱਜ ਦੀ ਪੰਜਾਬ ਦੀ ਗੱਲ ਕਰੀਏ, ਕੋਈ ਵੀ ਤਿਉਹਾਰ ਆਉਂਦਾ ਆ ਜਾਂ ਕੁਝ ਵੀ ਆਉਂਦਾ ਆ, ਸਾਡੇ ਜਿਹੜੇ ਰੀਤੀ ਰਿਵਾਜ ਆ ਉਹ ਕਿੰਨੇ ਦੇਖ ਲਓ ਪੁਰਾਣੇ ਚੱਲਦੇ ਆ ਰਹੇ ਨੇ। ਕਿ ਸਭ ਤੋਂ ਪਹਿਲਾਂ ਕਿ ਉਹ ਸੁਹਾਗਣ ਕਰੇਗੀ ਜਾਂ ਘਰ ਦਾ ਜੇਠਾ ਮੁੰਡਾ ਕਰੇਗਾ, ਮਤਲਬ ਕਿੰਨੇ ਸੋਹਣੇ ਰੀਤੀ ਰਿਵਾਜ ਚੱਲਦੇ ਆ ਰਹੇ ਨੇ, ਹਨਾ ਜੀ। ਇਹ ਦੇਖ ਲਓ, ਹੁਣ ਤੋਂ ਨਹੀਂ ਚੱਲੇ ਆ ਰਹੇ, ਕਿੰਨੇ ਸਮੇਂ ਤੋਂ ਚੱਲੇ ਆ ਰਹੇ ਨੇ, ਤੇ ਹੁਣ ਵੀ ਲੋਕੀ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ, ਹਨਾ। ਔਰ ਹਰ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਬਿਲਕੁਲ। ਔਰ ਜਦੋਂ ਆਪਾਂ ਘਰ ਵਿੱਚ ਅਨਾਜ ਲੈਂਦੇ ਆ, ਜਦੋਂ ਕਣਕ ਲੈਂਦੇ ਆ, ਸਭ ਤੋਂ ਪਹਿਲਾਂ ਗੁਰੂ ਘਰ ਲੈ ਕੇ ਜਾਂਦੇ ਆ। ਬਿਲਕੁਲ ਲੈ ਕੇ ਜਾਂਦੇ ਆ, ਕਿਉਂਕਿ ਅਸੀਂ ਸ਼ੁਕਰਾਨਾ ਕਰਦੇ ਆ ਕਿ ਸਾਨੂੰ ਇਹ ਅਨਾਜ ਮਿਲਿਆ ਆ। ਕਿਉਂਕਿ ਬਹੁਤ ਸਾਰੇ ਲੋਕ ਏਦਾਂ ਦੇ ਵੀ ਨੇ ਜਿਹੜੇ ਕਿ ਭੁੱਖੇ ਸੌਂਦੇ ਨੇ। ਬਿਲਕੁਲ। ਸੋ ਚਲੋ ਵਾਪਸ ਆਉਂਦੇ ਆ ਹੁਣ ਆਪਾਂ ਚੱਕੀ ਦੇ ਉੱਤੇ। ਤੇ ਚੱਕੀ ਪੀਣਾ ਨਾ ਇੰਨਾ ਜ਼ਿਆਦਾ ਮੁਸ਼ਕਿਲ ਹੁੰਦਾ ਸੀਗਾ ਕਿ ਜਿਹੜੀਆਂ ਘਰ ਦੀਆਂ ਬੀਬੀਆਂ ਹੁੰਦੀਆਂ ਸੀ, ਉਹ ਜਦੋਂ ਸਰਦੀਆਂ ਦੇ ਵਿੱਚ ਵੀ ਚੱਕੀ ਪੀਂਦੀਆਂ ਸੀ ਨਾ, ਤੇ ਉਦੋਂ ਵੀ ਉਹਨਾਂ ਨੂੰ ਪਸੀਨਾ ਆਇਆ ਹੁੰਦਾ ਸੀਗਾ। ਬਿਲਕੁਲ। ਤੇ ਜਿਹੜੀ ਚੱਕੀ ਹੁੰਦੀ ਸੀ ਨਾ, ਉਹ ਸਵਾਤ ਵਿੱਚ ਲਗਾਈ ਜਾਂਦੀ ਸੀ। ਸਵਾਤ ਮਤਲਬ? ਜੀ, ਸਵਾਤ ਦਾ ਮਤਲਬ ਮੈਂ ਦੱਸ ਦਿੰਦੀ ਆ। ਇੱਕ ਵੱਡਾ ਕਮਰਾ ਹੁੰਦਾ ਸੀ ਮਿੱਟੀ ਦਾ, ਮਤਲਬ 2-3 ਕਮਰਿਆਂ ਨੂੰ ਮਿਲਾ ਕੇ ਜਿਹੜਾ ਇੱਕ ਕਮਰਾ ਬਣਦਾ ਸੀ ਉਹਦੇ ਵਿੱਚ, ਤਾਂ ਕਿ ਜਿਹੜੀ ਚੱਕੀ ਆ ਨਾ, ਕਿਉਂਕਿ ਹੁਣ ਦੇਖੋ ਉਹਦੇ ਵਿੱਚ ਤੁਸੀਂ ਦਾਲਾਂ ਪੀਣੀਆਂ ਨੇ, ਆਟਾ ਪੀਣਾ ਆ, ਦਲੀਆ ਵੀ ਪੀਂਦੇ ਸੀਗੇ, ਤੇ ਉਹਦੇ ਵਾਸਤੇ ਖੁੱਲੀ ਜਗ੍ਹਾ ਚਾਹੀਦੀ ਸੀਗੀ। ਤੇ ਨਾਲੇ ਦੂਸਰੀ ਗੱਲ ਇਹ ਹੁੰਦੀ ਸੀ ਕਿ ਜਿਹੜੀ ਚੱਕੀ ਸੀ, ਉਸਨੂੰ ਥੋੜੀ ਬਹੁਤ ਹਵਾ ਲਗਾਉਣ ਵਾਸਤੇ ਬਾਹਰ ਵੀ ਰੱਖ ਲਿਆ ਜਾਂਦਾ ਸੀਗਾ, ਕਿਉਂਕਿ ਥੱਲੜਾ ਹਿੱਸਾ ਤਾਂ ਫਿਕਸ ਹੁੰਦਾ ਹੀ ਸੀਗਾ, ਜਿਹੜਾ ਮਿੱਟੀ ਦਾ ਬਣਿਆ ਸੀ। ਉੱਪਰਲਾ ਚੱਕ ਕੇ ਤੈਨੂੰ ਬਾਹਰ ਰੱਖ ਦੇਣਾ, ਉਹਦੀ ਸਫਾਈ ਵੀ ਕਰ ਲੈਣੀ, ਹਨਾ। ਬਿਲਕੁਲ ਬਿਲਕੁਲ। ਤੇ ਇੱਕ ਹੋਰ ਗੱਲ ਹੁੰਦੀ ਸੀ। ਪਰ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਹੈ। ਜੀ ਦੱਸੋ। ਤੁਸੀਂ ਕਹਿੰਦੇ ਤੇਰੇ ਦਿਮਾਗ 'ਚ ਇਦਾਂ ਦੀਆਂ ਗੱਲਾਂ ਆਉਂਦੀਆਂ? ਦੱਸੋ। ਹੁਣ ਜਦੋਂ ਚੱਕੀ ਪੀਂਦੇ ਹੋਣੇ ਆ, ਥੋੜਾ ਬਹੁਤਾ ਜਿਹੜਾ ਆਟਾ ਆ ਦਾ ਦਾਣਿਆਂ ਦਾ ਝੂਰ ਭੂਰਿਆ, ਚੂਹੇ ਵੀ ਆਉਂਦੇ ਹੋਣੇ ਫਿਰ, ਮੈਨੂੰ ਤਾਂ ਲੱਗਦਾ। ਚੂਹੇ ਤਾਂ ਦੇਖੋ, ਹੁਣ ਇਹ ਨਹੀਂ ਮੈਨੂੰ ਪਤਾ ਕਿ ਉਸ ਸਮੇਂ ਦੇ ਵਿੱਚ ਚੂਹੇ ਆਉਂਦੇ ਸੀ ਕਿ ਨਹੀਂ ਆਉਂਦੇ ਸੀ, ਪਰ ਹਾਂ, ਇੱਕ ਜਾਨਵਰ ਆ, ਉਦੋਂ ਵੀ ਸੀ ਤੇ ਹੁਣ ਵੀ ਹੈਗਾ ਆ, ਤੇ ਹੁੰਦੇ ਹੋਣਗੇ, ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਨੁਕਸਾਨ ਵੀ ਬਹੁਤ ਕਰਦੇ ਹੋਣੇ ਫਿਰ। ਨੁਕਸਾਨ ਤਾਂ ਹੁੰਦਾ ਹੀ ਆ, ਹਾਂ। ਬਾਕੀ ਆਪਾਂ ਗੱਲਾਂ ਕਰਦੇ ਆ, ਮੈਂ ਦੱਸਦੀ ਆ ਅੱਗੇ ਸਾਰਾ ਕੁਝ। ਆਪਾਂ ਪਹਿਲਾਂ ਗੀਤ ਸੁਣ ਲਈਏ ਇੱਕ। ਬਹੁਤ ਕਾਲੇ ਤੁਸੀਂ ਗੀਤ, ਬਹੁਤ ਜ਼ਿਆਦਾ। ਜੀ, ਆਪਾਂ ਗੱਲ ਕਰ ਰਹੇ ਸੀਗੇ ਚੱਕੀ ਦੀ। ਤੇ ਜਦੋਂ ਘਰ ਦੇ ਵਿੱਚ ਕੋਈ ਵਿਆਹ ਹੁੰਦਾ ਸੀ ਜਾਂ ਕੋਈ ਤਿਉਹਾਰ ਦਾ ਮੌਕਾ, ਕੋਈ ਖੁਸ਼ੀ ਦਾ ਮੌਕਾ, ਹਾਂਜੀ, ਕੋਈ ਖੁਸ਼ੀ ਦਾ ਮੌਕਾ ਹੁੰਦਾ ਸੀ, ਤੇ ਸੁਹਾਗਣਾਂ ਚੱਕੀ ਲਾਉਂਦੀਆਂ ਹੁੰਦੀਆਂ ਸੀ ਤੇ ਨਾਲ ਨਾਲ ਗੀਤ ਗਾਉਂਦੀਆਂ ਹੁੰਦੀਆਂ ਸੀਗੀਆਂ। ਕਿਹੜਾ? ਉਹ ਸੀ ਕਿ ਸਾਡੇ ਵੇੜੇ ਖੁਸ਼ੀਆਂ ਦੀ ਘੜੀ ਆਈ ਰਾਮਾ, ਤੇ ਅਸੀਂ ਚੱਕੀ ਲਾਉਣ ਦੀ ਰਸਮ ਕਰਵਾਈ ਰਾਮਾ।
ਗਾ ਕੇ ਸੁਣਾਓ। ਨਹੀਂ, ਮੈਨੂੰ ਗਾਉਣਾ ਨਹੀਂ ਆਉਂਦਾ, ਮੈਂ ਤੁਹਾਨੂੰ ਇਦਾਂ ਹੀ ਦੱਸ ਰਹੀ ਹਾਂ, ਠੀਕ ਹੈ। ਸੋ ਇਹ ਇਦਾਂ ਗਾਉਂਦੇ ਹੁੰਦੇ ਸੀਗੇ। ਤੇ ਚੱਕੀ ਨਾ ਹੋਰ ਵੀ ਮਤਲਬ ਬੜੇ ਕੰਮ ਆਉਂਦੀ ਸੀ, ਕੱਲਾ ਆਟਾ ਹੀ ਨਹੀਂ ਪੀਂਦੇ ਸੀ ਉਹਦੇ ਵਿੱਚ ਦਾਲਾਂ ਵੀ ਪੀ ਲੈਂਦੇ ਸੀਗੇ। ਤੇ ਜਿਹੜੀ ਸੂਈ ਮੱਝ ਹੁੰਦੀ ਸੀ ਨਾ, ਉਸ ਨੂੰ ਦਲੀਆ ਦਿੱਤਾ ਜਾਂਦਾ ਸੀਗਾ, ਪਰ ਉਹ ਦਲੀਆ ਜਿਹੜਾ ਹੁੰਦਾ ਸੀ ਉਹ ਵੀ ਚੱਕੀ ਦੇ ਵਿੱਚ ਪੀਂਦੇ ਹੁੰਦੇ ਸੀਗੇ। ਤੇ ਉਹਨੂੰ ਥੋੜਾ ਮੋਟਾ ਕਰਕੇ ਨਾ ਫਿਰ ਮੱਝ ਨੂੰ ਦਿੱਤਾ ਜਾਂਦਾ ਸੀਗਾ। ਤੇ ਜਿਹੜਾ ਲਵੇਰਾ ਹੁੰਦਾ ਸੀ ਉਸ ਨੂੰ ਉਹੀ ਦਲੀਆ ਬਰੀਕ ਕਰਕੇ ਪਾਣੀ ਦੇ ਵਿੱਚ ਰਿੰਨ ਕੇ ਚੰਗੀ ਤਰ੍ਹਾਂ ਠੰਡਾ ਕਰਕੇ ਫਿਰ ਲਵੇਰੇ ਨੂੰ ਦਿੱਤਾ ਜਾਂਦਾ ਸੀ। ਸੋ ਇਹ ਘਰਾਂ ਦੀਆਂ ਗੱਲਾਂ ਨੇ ਕਿ ਜੋ ਪਹਿਲਾਂ ਕਰਦੇ ਹੁੰਦੇ ਸੀਗੇ। ਤੇ ਹੁਣ ਜਿਹੜੀ ਚੱਕੀ ਸੀ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਉਸ ਨੂੰ ਮਤਲਬ ਪੀਣਾ, ਚੱਕੀ ਨੂੰ ਘੁਮਾਉਣਾ ਇੱਕ ਬਹੁਤ ਹੀ ਮਿਹਨਤ ਵਾਲਾ ਕੰਮ ਹੁੰਦਾ ਸੀਗਾ। ਤੇ ਹਰ ਰੋਜ਼ ਚੱਕੀ ਦੀ ਵਰਤੋਂ ਤਾਂ ਜ਼ਰੂਰ ਹੁੰਦੀ ਸੀ। ਬਿਲਕੁਲ ਜੀ। ਤੇ ਕਈ ਵਾਰ ਬੀਬੀਆਂ ਕੀ ਕਰਦੀਆਂ ਹੁੰਦੀਆਂ ਸੀਗੀਆਂ ਕਿ ਜਦੋਂ ਚੱਕੀ ਪੀਣੀ ਤੇ ਆਟਾ ਪੀ ਲਿਆ ਜਾਂ ਦਾਲਾਂ ਪੀ ਲਈਆਂ ਨਾ, ਤੇ ਉਹਨਾਂ ਨੂੰ ਇੱਕੋ ਵਾਰੀ ਪੀ ਕੇ ਭੜੋਲਿਆਂ ਦੇ ਵਿੱਚ ਪਾ ਕੇ ਰੱਖ ਲੈਂਦੀਆਂ ਹੁੰਦੀਆਂ ਸੀਗੀਆਂ। ਤੇ ਭੜੋਲਿਆਂ ਦੇ ਵਿੱਚ ਉਹਨਾਂ ਨੇ ਕਾਫੀ ਦੇਰ ਉਸ ਨੂੰ ਮਤਲਬ ਵਰਤੋਂ 'ਚ ਲੈ ਕੇ ਆਉਣਾ, ਤੇ ਇੱਕ ਘੁਮਿਆਰ ਦੇ ਕੋਲੋਂ ਮਿਲ ਜਾਂਦੇ ਹੁੰਦੇ ਸੀ। ਪਰ ਘੁਮਿਆਰ ਕੋਲੋਂ ਤਾਂ ਚਲੋ ਮਿਲਦੇ ਹੀ ਸੀਗੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਬੀਬੀਆਂ ਆਪ ਹੀ ਬਣਾ ਲੈਂਦੀਆਂ ਸੀ, ਹਨਾ। ਘੁਮਿਆਰ ਦਾ ਕੰਮ ਤਾਂ ਚਲੋ ਹੁੰਦਾ ਸੀ, ਖਾਸ ਕਰ ਮੈਨੂੰ ਹੁਣ ਲੱਗਦਾ ਆ ਕਿ ਮਿੱਟੀ ਦਾ ਕੰਮ ਬੀਬੀਆਂ ਨੇ ਤਾਂ ਖਤਮ ਹੀ ਕਰ ਦਿੱਤਾ ਆ। ਜਿੰਨੀਆਂ ਵੀ ਚੀਜ਼ਾਂ ਤੁਸੀਂ ਮਿੱਟੀ ਦੀਆਂ ਚਾਹੁੰਦੇ ਆ ਉਹ ਤੁਹਾਨੂੰ ਘੁਮਿਆਰ ਤੋਂ ਹੀ ਮਿਲ ਸਕਦੀਆਂ ਅੱਜ ਦੇ ਸਮੇਂ ਦੇ ਵਿੱਚ, ਹਨਾ। ਸਿਰਫ ਚੁੱਲ੍ਹਾ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਖਾਸ ਕਰ ਬੀਬੀਆਂ ਆਪ ਬਣਾਉਂਦੀਆਂ ਨੇ। ਬਿਲਕੁਲ, ਇਹ ਤੁਹਾਡੀ ਗੱਲ ਸਹੀ ਆ ਕਿ ਪਹਿਲਾਂ ਹੁੰਦਾ ਸੀ, ਹੁਣ ਇਹ ਕੰਮ ਘਟ ਗਿਆ ਥੋੜਾ ਜਿਹਾ। ਤੇ ਹੁਣ ਤਾਂ ਘੁਮਿਆਰ ਦੇ ਕੋਲੋਂ ਹੀ ਮਿਲਦਾ, ਉਹ ਵੀ ਤੁਹਾਨੂੰ ਸੀਜ਼ਨ ਦੇ ਵਿੱਚ ਹੀ ਮਿਲੂਗਾ, ਅੱਗੇ ਪਿੱਛੇ ਨਹੀਂ ਤੁਸੀਂ ਦੇਖ ਸਕਦੇ ਮਿੱਟੀ ਦੇ ਭਾਂਡਿਆਂ ਨੂੰ। ਅੱਛਾ, ਇਹ ਸੱਚ ਗੱਲ ਆ ਕਿ ਮੈਂ ਘੜਾ ਲੈਣ ਗਿਆ ਕਿ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਕਿ ਘੜੇ ਦਾ ਪਾਣੀ ਵਧੀਆ ਹੁੰਦਾ, ਹਨਾ, ਕਿ ਕਹਿ ਦੋ ਕਿ ਫਿਲਟਰ ਹੀ ਹੋ ਜਾਂਦਾ ਉਹ ਇੱਕ ਤਰ੍ਹਾਂ ਦਾ। ਤੇ ਮੈਂ ਘੜਾ ਲੈਣ ਗਿਆ ਵੀ ਮੈਨੂੰ ਘੜਾ ਚਾਹੀਦਾ, ਕਹਿੰਦਾ ਭਾਜੀ ਸਿੰਪਲ ਚਾਹੀਦਾ ਕਿ ਟੂਟੀ ਵਾਲਾ। ਅੱਛਾ, ਅੱਛਾ। ਤੇ ਘੜੇ ਨੂੰ ਵੀ ਟੂਟੀਆਂ ਲਾਈਆਂ ਅੱਜ ਕੱਲ। ਬਿਲਕੁਲ ਲੱਗੀਆਂ ਹੋਈਆਂ ਨੇ, ਕਿਉਂਕਿ ਦੇਖੋ ਲੋਕੀ ਕੀ ਹੋ ਗਿਆ ਕਿ ਟਾਈਮ ਜਿਹੜਾ ਨਾ ਘਟ ਗਿਆ ਲੋਕਾਂ ਦੇ ਕੋਲ, ਤੇ ਹਰ ਕੋਈ ਇਹ ਚਾਹੁੰਦਾ ਮੈਂ ਫਟਾਫਟ ਆ ਕੰਮ ਕਰ ਲਾਂ, ਫਟਾਫਟ ਆ ਕੰਮ ਕਰ ਲਾਂ। ਤੇ ਕਿਹੜਾ ਪਹਿਲਾਂ ਢੱਕਣ ਨੂੰ ਚੱਕੇ, ਗਲਾਸ ਭਰੇ, ਫਿਰ ਦੂਜੇ ਗਲਾਸ ਚ ਪਾ ਕੇ ਪੀਵੇ, ਸਿੱਧਾ ਹੀ ਟੂਟੀ ਔਨ ਕਰੋ, ਚਲੋ। ਚਲੋ ਕਿਤੇ ਨਾ ਕਿਤੇ ਕੰਮ ਸੁਖਾਲਾ ਵੀ ਹੋ ਗਿਆ। ਹਾਂ, ਇਹ ਚੀਜ਼ ਤਾਂ ਹੈਗੀ ਆ। ਸੋ ਇਹ ਤਾਂ ਸੀ ਜੀ ਚੱਕੀ ਦੇ ਬਾਰੇ ਗੱਲ, ਕਿ ਚੱਕੀ ਏਦਾਂ ਲਗਾਈ ਜਾਂਦੀ ਸੀ ਤੇ ਬੀਬੀਆਂ ਜਿਹੜੀਆਂ ਮਿਲ ਕੇ ਆਟਾ ਕਿੱਦਾਂ ਪੀਂਦੀਆਂ ਹੁੰਦੀਆਂ ਸੀਗੀਆਂ। ਤੇ ਹੁਣ ਆਪਾਂ ਹੋਰ ਅੱਗੇ ਗੱਲ ਕਰਦੇ ਆਂ, ਤੇ ਹੁਣ ਕਿਹਦੇ ਬਾਰੇ ਤੁਸੀਂ ਮੈਨੂੰ ਦੱਸੋਗੇ? ਹੁਣ ਆਪਾਂ ਗੱਲ ਕਰਦੇ ਆਂ ਟਾੜ ਬਾਰੇ। ਅੱਛਾ, ਟਾੜ ਕੀ ਹੁੰਦਾ ਸੀ? ਟਾੜ ਨਹੀਂ, ਟਾੜ। ਟਾੜ, ਹਾਂ, ਓਕੇ। ਇਹ ਹੁੰਦਾ ਸੀਗਾ ਕਿ ਘਰ ਦੀ ਇੱਕ ਕਹਿ ਲੋ ਕਿ ਬਹੁਤ ਸੋਹਣੀ ਚੀਜ਼ ਹੁੰਦੀ ਸੀਗੀ ਜਿਹਦੇ ਉੱਪਰ ਅਸੀਂ ਭਾਂਡੇ ਟਿਕਾਉਨੇ ਆ। ਅੱਜ ਕੱਲ ਜਿਵੇਂ ਰਸੋਈ ਦੇ ਵਿੱਚ ਸਲਫਾ ਬਣੀਆਂ ਆ ਸੀਮੈਂਟ ਦੀਆਂ, ਉਸੇ ਤਰ੍ਹਾਂ ਮਿੱਟੀ ਦੇ ਟਾੜ ਬਣੇ ਹੁੰਦੇ ਸੀਗੇ। ਉਹ ਕਿੱਦਾਂ ਬਣੇ ਹੁੰਦੇ ਸੀਗੇ ਕਰਦੇ ਆਪਾਂ ਗੱਲ। ਠੀਕ ਹੈ। ਤੇ ਆਪਾਂ ਗੱਲ ਕਰ ਰਹੇ ਸੀ ਟਾੜ ਦੀ, ਇਹ ਕਿੱਦਾਂ ਬਣਾਉਂਦੇ ਹੁੰਦੇ ਸੀਗੇ ਤੇ ਕਿੱਦਾਂ ਇਹਦੀ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ, ਹਨਾ। ਸਭ ਤੋਂ ਪਹਿਲਾਂ ਟਾੜ ਨੂੰ ਬਣਾਉਣ ਦਾ ਤਰੀਕਾ, ਕਾਨੇ ਲਏ ਜਾਂਦੇ ਸੀਗੇ, ਹਨਾ। ਕਾਨਿਆਂ ਨੂੰ ਜੋੜ ਕੇ ਉਹਦੇ ਉੱਪਰ ਥੋੜਾ ਜਿਹਾ ਸਲਵਾੜ ਪਾ ਕੇ ਫਿਰ ਉਸੇ ਤਰ੍ਹਾਂ ਮਿੱਟੀ ਨੂੰ ਗੁੰਨਣਾ, ਮਿੱਟੀ ਨੂੰ ਗੁੰਨ ਕੇ ਵਿੱਚ ਤੂੜੀ ਪਾਉਣੀ, ਤੂੜੀ ਬਣਾ ਕੇ ਇਹਨੂੰ ਜ਼ਮੀਨ ਤੇ ਬਣਾਉਂਦੇ ਹੁੰਦੇ ਸੀ। ਅੱਛਾ, ਹਾਂ, ਜ਼ਮੀਨ ਤੇ ਇਸ ਤਰ੍ਹਾਂ ਬਣਾਉਂਦੇ ਸੀਗੇ 4 ਫੁੱਟ ਜਾਂ 5 ਫੁੱਟ ਲੰਬਾ ਤੇ 10 ਇੰਚ ਚੌੜਾ। ਇਹਨੂੰ ਪੂਰੀ ਚੌਰਸ ਬਣਾ ਕੇ ਮਿੱਟੀ ਦੀ ਲੇਪ ਕਰਕੇ ਜਦੋਂ ਤੱਕ ਸੁੱਕ ਗਿਆ, ਸੁੱਕਣ ਤੋਂ ਬਾਅਦ ਫਿਰ ਇਹਨੂੰ ਪਾਂਡੂ ਲਾਇਆ ਜਾਂਦਾ ਸੀਗਾ। ਤੇ ਮੈਂ ਇਸ ਚੀਜ਼ ਤੇ ਵੀ ਹੈਰਾਨ ਆ ਕਿ ਦੇਖ ਲਓ ਕਿ ਇੱਕ ਸੈਲਫ ਬਣਾਉਣ ਨੂੰ ਕਿੰਨਾ ਸ਼ਿੰਗਾਰਦੇ ਸੀਗੇ। ਬਿਲਕੁਲ, ਹਨਾ। ਪਹਿਲਾਂ ਮਿੱਟੀ ਗੁੰਨਣੀ, ਮਿੱਟੀ ਨੂੰ ਛੋਟੀ ਛੋਟੀ ਕਰਨਾ, ਪੂਰੀ ਮਿੱਟੀ ਦੀ ਲੇਪ ਬਣਾ ਕੇ ਫਿਰ ਉਸ ਨੂੰ ਬਣਾਉਣਾ। ਬਣਾਉਣ ਤੋਂ ਬਾਅਦ ਜਦੋਂ ਸੁੱਕ ਜਾਂਦਾ ਸੀਗਾ, ਕਿਉਂਕਿ ਸੁੱਕਣ ਨੂੰ ਵੀ ਮਿੱਟੀ ਨੂੰ 1 ਜਾਂ 2 ਦਿਨ ਲੱਗਦੇ ਆ, ਕਿਉਂਕਿ ਸੈਲਫ ਉੱਪਰ ਟਿਕਾਉਣੀ ਆਪਾਂ, ਹਨਾ। ਤੇ ਜੇ ਉਹ ਵਿਚਾਲੇ ਟੁੱਟ ਗਈ ਤਾਂ ਸਾਰੀ ਮਿਹਨਤ ਬੇਕਾਰ ਜਾਂਦੀ। ਤੇ ਮੈਨੂੰ ਲੱਗਦਾ ਕਿ 1-2 ਦਿਨ ਨਹੀਂ, ਇਹਨੂੰ ਤਾਂ ਜ਼ਿਆਦਾ ਹੀ ਟਾਈਮ ਲੱਗ ਜਾਂਦਾ, ਕਿਉਂਕਿ ਜੇ ਸੀਮੈਂਟ ਦੇ ਵੀ ਆਪਾਂ ਬਣਾਉਨੇ ਆ ਤੇ ਉਹਨੂੰ ਵੀ ਤਾਂ ਕਿੰਨੇ ਦਿਨ ਸੁੱਕਣ ਨੂੰ ਲੱਗ ਜਾਂਦੇ ਨੇ। ਇਹ ਤਾਂ ਫੇਰ ਮਿੱਟੀ ਦੀ ਹੈ, ਹਨਾ, ਲੱਗ ਜਾਂਦੇ ਆ। ਹਾਂ, ਥੋੜਾ ਸਮਾਂ ਲੱਗ ਜਾਂਦਾ ਆ, ਹਨਾ। ਤੇ ਜਦੋਂ ਸੁੱਕ ਜਾਂਦਾ ਸੀਗਾ ਫਿਰ ਕੀ ਹੁੰਦਾ ਸੀਗਾ ਕਿ ਜਿਹੜੀ ਮਿੱਟੀ ਦੀ ਕੰਧ ਬਣੀ ਹੁੰਦੀ ਸੀ ਉਹਦੇ ਵਿੱਚ ਲੱਕੜ ਤੇ ਕੀਲੇ ਠੋਕਦੇ ਸੀ। ਅੱਛਾ, ਇੱਕ ਇਸ ਸਾਈਡ ਤੇ ਇੱਕ ਇਸ ਸਾਈਡ ਤੇ ਕੀਲੇ ਠੋਕ ਕੇ ਉਸ ਤੋਂ ਬਾਅਦ ਜਿਹੜਾ ਟਾੜ ਬਣਿਆ ਹੁੰਦਾ ਸੀ ਉਹਨੂੰ ਚੱਕਣਾ ਤੇ ਉਹਦੇ ਉੱਪਰ ਰੱਖ ਦੇਣਾ। ਅੱਛਾ, ਹਾਂ, ਇਸ ਤਰ੍ਹਾਂ ਫਿਰ ਉਹਦੇ ਉੱਪਰ ਭਾਂਡੇ ਟਿਕਾਏ ਜਾਂਦੇ ਸੀਗੇ ਤੇ ਉਹਦੇ ਉੱਪਰ ਉਹੀ ਬੀਬੀਆਂ ਵਾਲਾ ਕਲਾਕਾਰੀ ਜ਼ਰੂਰ ਕਰਨੀ ਸੀ। ਤੇ ਆਪਣੇ ਹਿਸਾਬ ਨਾਲ ਵੀ ਥੋੜਾ ਬਣਾਉਂਦੇ ਸੀਗੇ, ਥੋੜੀਆਂ ਧਾਰੀਆਂ ਵੀ ਵਿੱਚ ਮਿੱਟੀ ਦੀਆਂ ਇਸ ਤਰ੍ਹਾਂ ਬਣਾ ਦਿੰਦੇ ਸੀ ਕਿ ਦੇਖਣ ਨੂੰ ਸੋਹਣਾ ਲੱਗੇ। ਇਸ ਤਰ੍ਹਾਂ ਟਾੜ ਨੂੰ ਬਣਾਇਆ ਜਾਂਦਾ ਸੀਗਾ ਤੇ ਘਰ ਦਾ ਇੱਕ ਸ਼ਿੰਗਾਰ ਹੁੰਦਾ ਸੀ ਟਾੜ ਉਸ ਵੇਲੇ,
ਕਿ ਜਦੋਂ ਉੱਪਰ ਭਾਂਡੇ ਰੱਖਣੇ ਆ ਕਿ ਦੇਖਣ ਨੂੰ ਵੀ ਸੋਹਣਾ ਲੱਗੇ। ਜੀ, ਤੇ ਮੈਂ ਜਿਹੜੇ ਦੇਖੇ ਨੇ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਕਲਾਕਾਰੀ ਕਰਦੇ ਸੀਗੇ, ਕਲਾਕਾਰੀ ਵੀ ਮੈਂ ਦੇਖੀ ਆ ਕਿ ਕੰਧਾਂ ਦੇ ਉੱਤੇ ਜ਼ਰੂਰ ਕੀਤੀ ਹੁੰਦੀ ਸੀ, ਪਰ ਜਿਹੜੀਆਂ ਆਹ ਤੁਸੀਂ ਗੱਲ ਕਰ ਰਹੇ ਹੋ ਕਿ ਸੈਲਫਾਂ ਆਪਾਂ ਬਣਾਉਂਦੇ ਸੀ, ਟਾੜ ਬਣਾਉਂਦੇ ਸੀਗੇ, ਤੇ ਮੈਂ ਜਿਹੜੇ ਦੇਖੇ ਕਿ ਉਹਨਾਂ ਦੇ ਉੱਤੇ ਕੱਪੜਿਆਂ ਦੇ ਨਾਲ ਕੁਛ ਨਾ ਕੁਛ ਬੁਣ ਕੇ ਜਾਂ ਫਿਰ ਫੁਲਕਾਰੀ ਵਾਂਗੂ ਕੋਈ ਕੱਪੜੇ ਦੇ ਉੱਤੇ ਕਢਾਈ ਕੱਢ ਕੇ ਹਨਾ ਕੁਛ ਇਦਾਂ ਉਸ ਨੂੰ ਸਜਾਇਆ ਜਾਂਦਾ ਸੀ। ਜਿੱਦਾਂ ਹੁਣ ਆਪਾਂ ਅੱਜ ਦੇ ਸਮੇਂ ਦੇ ਵਿੱਚ ਖੈਰ ਕਈ ਘਰਾਂ ਵਿੱਚ ਮੈਂ ਦੇਖਿਆ ਕਿ ਅਖਬਾਰਾਂ ਨੂੰ ਕੱਟ ਕੇ ਹਨਾ ਡਿਜ਼ਾਈਨ ਜਿਹਾ ਪਾ ਕੇ ਰੱਖਦੇ ਹੁੰਦੇ ਸੀਗੇ। ਚਲੋ ਉਹ ਵੀ ਜਿਹੜੀ ਪਰੰਪਰਾ ਆ ਉਹ ਖਤਮ ਹੋ ਗਈ ਆ, ਪਰ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਫੁਲਕਾਰੀ ਜਾਂ ਕੋਈ ਕੱਪੜੇ ਦੀ ਕਢਾਈ ਕਰਕੇ ਉੱਪਰ ਟਿਕਾ ਦਿੰਦੇ। ਬਿਲਕੁਲ। ਤੇ ਇਹਦੇ ਨਾਲ ਹੀ ਨਾ ਤੁਸੀਂ ਕਦੇ ਗੌਰ ਕਰਿਓ, ਦੇਖਿਓ ਕਿ ਜਿਹੜੇ ਮੈਂ ਪੁਰਾਣੇ ਘਰਾਂ ਦੇ ਵਿੱਚ ਗਈ ਆ ਜਾਂ ਮੈਂ ਦੇਖਿਆ ਆ, ਹਜੇ ਵੀ ਹੈਗੀਆਂ ਨੇ ਉਹ ਚੀਜ਼ਾਂ। ਕੀ ਹੁੰਦਾ ਸੀਗਾ ਕਿ ਜਿੱਦਾਂ 6 ਗਲਾਸ ਨੇ ਨਾ ਤੇ ਉਹਦੇ ਉੱਤੇ 3 ਹੋਰ ਟਿਕਾ ਦਿੱਤੇ, ਤੇ ਗਲਾਸਾਂ ਦੇ ਉੱਪਰ ਕਈ ਵਾਰ ਕੌਲੀਆਂ ਵੀ ਟਿਕਾ ਦਿੰਦੇ ਸੀਗੇ। ਹਾਂ, ਤੇ ਮਤਲਬ ਪੂਰੇ ਇਦਾਂ ਲਾਈਨ ਦੇ ਵਿੱਚ ਲਗਾ ਕੇ ਤੇ ਉਹਨਾਂ ਦੇ ਉੱਤੇ ਕੌਲੀਆਂ ਟਿਕਾ ਦੇਣੀਆਂ, ਜਾਂ ਪਤੀਲੇ ਵੀ ਰੱਖੇ ਹੁੰਦੇ ਸੀ, ਮੈਂ ਤਾਂ ਇਹ ਵੀ ਦੇਖੇ ਨੇ ਸਾਡੇ ਘਰ। ਸਹੀ ਗੱਲ ਦੱਸਾਂ? ਹਾਂ, ਹੈਗੇ ਨੇ। ਨਹੀਂ ਹੈਗੇ ਤਾਂ ਹੈ, ਕਹਿ ਲੋ ਕਿ ਇੱਕ ਹਫਤਾ ਪਹਿਲੋਂ ਦੀ ਗੱਲ ਆ, ਰਸੋਈ ਦੀ ਸਫਾਈ ਕਰਦੇ ਪਏ ਸੀਗੇ ਤੇ ਕੀ ਹੋਇਆ ਉਹ ਫਿਰ ਆਪਾਂ ਦੱਸਦੇ ਆ। ਠੀਕ ਆ। ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਘਰ ਕੀ ਹੋਇਆ। ਹਾਂਜੀ। ਮੇਰੇ ਦਾਦੀ ਜੀ ਨਾ ਰਸੋਈ ਸਾਫ਼ ਕਰ ਰਹੇ ਸੀਗੇ, ਨਾਲ ਮੇਰੀ ਸਿਸਟਰ ਵੀ ਲੱਗੀ ਹੋਈ ਸੀ, ਮੇਰੀ ਭੈਣ ਵੀ ਨਾਲ ਲੱਗੀ ਹੋਈ ਸੀ, ਤੇ ਰਸੋਈ ਸਾਫ਼ ਕਰਦੇ ਕਰਦੇ ਸਾਰੇ ਗਲਾਸ ਬਾਹਰ ਕੱਢੇ। ਤੇ ਜਦੋਂ ਪੂਰੀ ਰਸੋਈ ਸਾਫ਼ ਕਰ ਲਈ, ਦਾਦੀ ਜੀ ਉੱਠੇ, ਜਿੰਨੇ ਗਲਾਸ ਸੀਗੇ ਉੱਪਰ ਉਸੇ ਤਰ੍ਹਾਂ ਅਖਬਾਰ ਵਿਛਾਈ, ਅਖਬਾਰ ਵਿਛਾ ਕੇ ਗਲਾਸ ਰੱਖੇ, ਉਹਦੇ ਉੱਪਰ ਕੌਲੀਆਂ ਟਿਕਾਤੀਆਂ। ਤੇ ਭੈਣ ਮੇਰੀ ਥੋੜੀ ਜਿਹੀ ਖਿੱਚ ਗਈ, ਕਹਿੰਦੇ ਬੀਬੀ ਜੀ ਇਹ ਕੀ ਹੈ ਪੁਰਾਣੇ ਸਮੇਂ ਦਾ ਕੰਮ ਕਿ ਹੁਣ ਤੁਸੀਂ ਨਾ ਕਰੋ। ਕਹਿੰਦੇ ਤੈਨੂੰ ਜ਼ਿਆਦਾ ਪਤਾ, ਰਹਿਣ ਦੇ, ਮੈਨੂੰ ਜੋ ਕਰਦੀ ਕਰ ਲੈਣ ਦੇ। ਕਿ ਸਾਡੇ ਬਜ਼ੁਰਗਾਂ ਦੇ ਮਨ ਵਿੱਚ ਹੱਲੇ ਵੀ ਉਹ ਪੁਰਾਣਾ ਸਮਾਂ ਲਿਆਉਣ ਦਾ ਹੈ ਕਿ ਉਹ ਜਿੱਦਾਂ ਪਹਿਲਾਂ ਹੁੰਦਾ ਸੀਗਾ, ਸਾਰੇ ਰਲ ਮਿਲ ਇਕੱਠੇ ਬੈਠਦੇ ਸੀਗੇ, ਜੋ ਸਾਡੀ ਪਰੰਪਰਾ ਹੁੰਦੀ ਸੀਗੀ, ਜੋ ਸਾਡੇ ਰਿਵਾਜ ਹੁੰਦੇ ਸੀ ਉਸੇ ਤਰ੍ਹਾਂ ਆਉਣ। ਤੇ ਕਿਤੇ ਕਿਤੇ ਇਹ ਮੇਰੇ ਮਨ ਵਿੱਚ ਜਾਂ ਸਾਡੇ ਮਨ ਵਿੱਚ ਵੀ ਆਉਂਦਾ ਆ ਕਿ ਅਸੀਂ ਉਹ ਚੀਜ਼ ਦੇਖਣੀ ਚਾਹੁੰਦੇ ਆ ਆਪਣੀ ਅੱਖਾਂ ਦੇ ਨਾਲ। ਹਾਂ, ਇਹ ਗੱਲ ਤਾਂ ਹੈਗੀ ਆ। ਚਲੋ ਬਚਪਨ ਦੇ ਵਿੱਚ ਸਾਡੇ, ਮਤਲਬ ਜੇ ਆਪਣੀ ਗੱਲ ਕਰਾਂ ਮੈਂ ਨਾ, ਕਿ ਸਾਡੇ ਬਚਪਨ ਦੇ ਵਿੱਚ ਕਿਸੇ ਹੱਦ ਤੱਕ ਇਹ ਚੀਜ਼ਾਂ ਰਹਿ ਗਈਆਂ ਸੀ, ਪਰ ਹੁਣ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਗਏ, ਮੈਂ ਤਾਂ ਖੁਦ ਦੇਖਿਆ ਇਹ ਚੀਜ਼ਾਂ ਨੂੰ ਚੇਂਜ ਹੁੰਦੇ ਹੋਏ, ਹਨਾ ਬਦਲਦੇ ਹੋਏ ਦੇਖਿਆ ਹੈ ਕਿ ਕਿੱਦਾਂ ਕਿੱਦਾਂ ਪਹਿਲਾਂ ਮਿੱਟੀ ਦੇ ਭਾਂਡੇ ਤਾਂ ਚਲੋ ਅਸੀਂ ਮੇਲਿਆਂ 'ਚ ਦੇਖ ਲਏ ਜਾਂ ਘੁਮਿਆਰ ਦੇ ਕੋਲ ਦੇਖ ਲਏ ਜਾਂ ਘਰਾਂ ਦੇ ਵਿੱਚ ਕਿਤੇ ਐਵੇਂ ਹੀ ਸ਼ੌਂਕ ਦੇ ਨਾਲ, ਹਨਾ। ਅੱਜ ਕੱਲ ਤੁਸੀਂ ਮੰਨੋਗੇ, ਇੱਕ ਗੱਲ ਹੋਰ ਮੈਨੂੰ ਯਾਦ ਆਈ ਕਿ ਹੁਣ ਆਪਾਂ ਮਿੱਟੀ ਦੇ ਭਾਂਡਿਆਂ ਦੀ ਗੱਲ ਕਰ ਰਹੇ ਹਾਂ, ਹਨਾ, ਕਿ ਮਿੱਟੀ ਦਾ ਇੱਕ ਜਿਹੜਾ ਗਲਾਸ ਜਾਂ ਕੌਲੀ ਬਣਾਉਂਦੇ ਆ, ਹੁਣ ਮੈਨੂੰ ਲੱਗਦਾ ਕਿ ਉਹ ਪਤਾ ਨਹੀਂ ਅਲੱਗ ਜਿਹੇ ਤਰੀਕੇ ਨਾਲ ਬਣਾਉਂਦੇ ਆ ਕਿ ਕੀ ਆ, ਪਰ ਮਾਲ ਦੇ ਵਿੱਚ ਜਾ ਕੇ ਨਾ ਉਹੀ ਗਲਾਸ ਜਿਹੜਾ ਸਾਨੂੰ ਬਾਹਰੋਂ 10 ਰੁਪਏ ਦਾ ਮਿਲਦਾ ਆ, 70 ਰੁਪਏ ਦਾ ਗਲਾਸ ਸੀ ਉਹ ਮਿੱਟੀ ਦਾ ਗਲਾਸ, 70 ਰੁਪਏ ਦਾ। ਤੇ ਲੋਕੀ ਸ਼ੌਂਕ ਦੇ ਨਾਲ ਲੈ ਕੇ ਆਉਂਦੇ ਨੇ, ਹਾਂ, ਕਿਉਂਕਿ ਮਾਲ ਤੋਂ ਲਿਆਂਦਾ ਹੈ, ਹਨਾ, ਤੇ ਉਹ ਚੰਗਾ ਵੀ ਲੱਗਦਾ। ਦੇਖੋ ਕਿਤੇ ਨਾ ਕਿਤੇ ਜੇ ਗੱਲ ਕਰਾਂ ਕਿ ਸਾਡਾ ਜਿਹੜਾ ਸਰੀਰ ਆ ਜਾਂ ਸਾਡਾ ਦਿਮਾਗ ਆ, ਉਹ ਜਿੱਥੋਂ ਅਸੀਂ ਜਨਮੇ ਆ, ਜਿੱਥੇ ਅਸੀਂ ਪਲੇ ਆ, ਹਨਾ, ਜਿਹੜੇ ਸੱਭਿਆਚਾਰ ਦੇ ਵਿੱਚ ਅਸੀਂ ਵੱਡੇ ਹੋਏ ਆ, ਉਹ ਸਾਡਾ ਦਿਮਾਗ ਉਸ ਚੀਜ਼ ਨੂੰ ਯਾਦ ਰੱਖ ਕੇ ਬੈਠਾ ਆ ਹਜੇ, ਤਾਂ ਹੀ ਸਾਨੂੰ ਚੰਗਾ ਲੱਗਦਾ ਆ ਕਿ ਅਸੀਂ ਮਿੱਟੀ ਦੇ ਭਾਂਡਿਆਂ ਵਿੱਚ ਖਾਈਏ ਪੀਏ, ਹਨਾ, ਤੇ ਲੋਕੀ ਲੈ ਕੇ ਆਉਂਦੇ ਨੇ ਘਰਾਂ ਦੇ ਵਿੱਚ। ਸੋ ਇਹ ਗੱਲ ਆ ਕਿ ਸਾਨੂੰ ਉਸ ਮਿੱਟੀ ਦੇ ਨਾਲ ਪਿਆਰ ਹੈ, ਕਿਉਂਕਿ ਅਸੀਂ ਖੁਦ ਵੀ ਤਾਂ ਮਿੱਟੀ ਦੇ ਨਾਲ ਹੀ ਜੁੜੇ ਹੋਏ ਆ, ਹਨਾ। ਜਿਹੜੀਆਂ ਤੁਸੀਂ ਹਨਾ ਵਿੱਚ ਸਿਆਣੀਆਂ ਗੱਲਾਂ ਕਰ ਦਿੰਦੇ ਆ, ਮੈਂ ਤੁਹਾਨੂੰ ਤਾਂ ਹੀ ਨਹੀਂ ਕੁਝ ਕਹਿੰਦਾ। ਬਸ ਮੈਂ ਹੈ ਤਾਂ ਸਿਆਣੀ ਆ, ਕਈ ਵਾਰੀ ਐਵੇਂ ਉਹ ਇਸ ਕਰਕੇ ਕਿਉਂਕਿ ਸੰਗਤ ਦਾ ਅਸਰ ਹੋ ਜਾਂਦਾ ਆ। ਅੱਛਾ, ਹਾਂ, ਤੇ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਸਿਆਣੇ ਹੋ? ਨਹੀਂ, ਮੈਨੂੰ ਲੱਗਦਾ ਨਹੀਂ, ਮੈਂ ਹੈਗਾ ਆ। ਅੱਛਾ, ਚਲੋ ਕੋਈ ਗੱਲ ਨਹੀਂ, ਵਹਿਮ ਹੋਣੇ ਵੀ ਚੰਗੇ ਹੁੰਦੇ ਕਈ। ਕਿਆ ਬਾਤ, ਵਾਹ, ਤੁਸੀਂ ਭੁੰਜੇ ਨਾ ਗੱਲ ਪੈਣ ਦਿਓ। ਬਿਲਕੁਲ ਹੀ ਨਹੀਂ। ਅੱਛਾ, ਆਪਾਂ ਹੁਣ ਗੱਲ ਕਰ ਰਹੇ ਸੀਗੇ ਟਾੜ ਦੀ। ਟਾੜ ਬਣ ਗਿਆ? ਬਣ ਗਿਆ ਜੀ। ਸਾਰਾ ਕੁਝ ਦੱਸਤਾ ਤੁਸੀਂ ਉਹਦੇ ਬਾਰੇ? ਤੇ ਹੁਣ ਆਪਾਂ ਕੋਈ ਹੋਰ ਗੱਲ ਕਰਾਂਗੇ ਅੱਜ? ਨਹੀਂ, ਅੱਜ ਇੰਨੀ ਕਰਾਂਗੇ। ਅੱਜ ਇੰਨੀ ਕਰਾਂਗੇ? ਹਾਂ, ਚਲੋ ਠੀਕ ਆ। ਪੂਜਾ ਜੀ, ਤੁਹਾਨੂੰ ਪਤਾ ਮੈਂ ਇਦਾਂ ਕਿਉਂ ਕਿਹਾ ਕਿ ਅੱਜ ਇੰਨੀ ਗੱਲ ਕਰਾਂਗੇ? ਕਿਉਂ? ਕਿਉਂਕਿ ਅੱਜ ਜਿਹੜਾ ਮੇਰਾ ਧਿਆਨ ਆ ਉਹ ਘੜੀ ਤੇ ਚਲ ਗਿਆ, ਤੁਹਾਡਾ ਨਹੀਂ ਗਿਆ। ਹਾਂ, ਮੈਂ ਜ਼ਿਆਦਾ ਹੀ ਗੱਲਾਂ 'ਚ ਰੁੱਝ ਗਈ ਅੱਜ ਕੁਛ, ਹਨਾ, ਤੇ ਟਾਈਮ ਹੋ ਗਿਆ ਜਾਣ ਦਾ। ਬਿਲਕੁਲ ਹੋ ਗਿਆ ਆ, ਜਾਣਾ ਪੈਣਾ ਹੁਣ, ਜਾਣਾ ਪੈਣਾ ਆ। ਕਿਉਂਕਿ ਦੇਖੋ, ਇਹ ਜਿਹੜੀਆਂ ਚੀਜ਼ਾਂ ਨੇ, ਲੋਕ ਕਲਾਵਾਂ ਨੇ, ਇਹ ਹਜੇ ਬਹੁਤ ਪਈਆਂ ਨੇ। ਇਹ ਤਾਂ ਹੈ, ਹਨਾ, ਕਿ ਇਹ ਜਿਹੜਾ ਦਰਸ਼ਕਾਂ ਨੂੰ ਵੀ ਦੱਸਦੀ ਹੈ ਕਿ ਜਿਹੜੇ ਇਹ ਲੋਕ ਕਲਾਵਾਂ ਵਾਲਾ ਐਪੀਸੋਡ ਆ, ਇਹ ਕਾਫੀ ਲੰਬਾ ਚੱਲੇਗਾ। ਜੀ ਬਿਲਕੁਲ, ਕਿਉਂਕਿ ਕਲਾ ਹੀ ਇੰਨੀ ਜ਼ਿਆਦਾ ਸੀਗੀ ਕਿ ਲੋਕੀ ਅੱਜ ਕੱਲ ਕਲਾ ਜ਼ਿਆਦਾ ਆ। ਇਹ ਗੱਲ ਵੀ ਸਹੀ ਹੈ ਤੁਹਾਡੀ, ਇਹ ਗੱਲ ਤਾਂ ਸਹੀ ਹੈ ਬਿਲਕੁਲ। ਤੇ ਉਹੀ ਗੱਲ ਕਰ ਰਹੇ ਕਿ ਕਲਾ ਹੀ ਇੰਨੀ ਜ਼ਿਆਦਾ ਸੀ ਕਿ
ਉਸ ਸਮੇਂ ਕੁਝ ਹੁੰਦਾ ਹੀ ਨਹੀਂ ਸੀਗਾ। ਬਿਲਕੁਲ। ਤੇ ਜੋ ਵੀ ਕਰਨਾ ਆਪਣੇ ਹੱਥੀਂ ਕਰਨਾ ਆ। ਹਾਂ। ਤੇ ਜਿਹੜੀ ਵੀ ਚੀਜ਼ ਦਾ ਆਵਿਸ਼ਕਾਰ ਹੋਇਆ ਉਹ ਹੱਥੀਂ ਕੰਮ ਕੀਤੇ ਤੇ ਹੋਇਆ ਆ। ਬਿਲਕੁਲ, ਇਹ ਗੱਲ ਸੱਚ ਆ, ਹਾਂ। ਹਨਾ। ਤੇ ਉਹ ਜਿਹੜਾ ਹੱਥੀਂ ਕੰਮ ਆ ਹੁਣ ਚਾਹੇ ਮਸ਼ੀਨਾਂ ਦੇ ਵਿੱਚ ਬਦਲ ਗਿਆ ਆ, ਬੇਸ਼ੱਕ ਬਦਲ ਗਿਆ, ਪਰ ਗੱਲ ਤਾਂ ਇਹੀ ਹੈ ਨਾ ਕਿ ਜੇ ਉਸ ਸਮੇਂ ਦੇ ਵਿੱਚ ਸਾਰੇ ਕੰਮ ਲੋਕਾਂ ਨੇ ਖੁਦ ਕੀਤੇ ਨੇ ਤੇ ਦੇਖੋ ਵੀ ਕਿੰਨੇ ਕੰਮ ਹੋਣਗੇ। ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਉਹ ਲੋਕਾਂ ਨੇ ਆਪਣੇ ਹੱਥਾਂ ਨਾਲ ਬਣਾਈ ਆ, ਔਰ ਦਿਮਾਗ ਦੀ ਵਰਤੋਂ ਕਿੰਨੀ ਹੋਈ ਆ, ਔਰ ਦੂਜੀ ਗੱਲ ਸਾਡੇ ਸਰੀਰ ਦੀ ਕਹਿ ਲੋ ਕਿ ਕਿੰਨੀ ਮਿਹਨਤ ਲੱਗੀ ਆ। ਬਿਲਕੁਲ ਲੱਗੀ ਆ। ਤੇ ਸੋ ਇਸੇ ਕਰਕੇ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਲੋਕ ਕਲਾਵਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਨੇ, ਕਿਉਂਕਿ ਲੋਕੀ ਆਪਣੇ ਹੱਥੀ ਕੰਮ ਕਰਦੇ ਹੁੰਦੇ ਸੀ ਤੇ ਆਪਣੇ ਦਿਮਾਗ ਦੀ ਵਰਤੋਂ ਕਰਦੇ ਸੀ, ਆਪਣੇ ਸਰੀਰ ਦੀ ਵਰਤੋਂ ਕਰਦੇ ਸੀਗੇ। ਸੋ ਹੁਣ ਆਪਾਂ ਹੋਰ ਜਿਹੜੀਆਂ ਗੱਲਾਂ ਨੇ ਉਹ ਅਗਲੇ ਐਪੀਸੋਡ 'ਚ ਕਰਾਂਗੇ ਤੇ ਮੈਨੂੰ ਲੱਗਦਾ ਕਿ ਹੁਣ ਸਾਨੂੰ ਜਾਣਾ ਚਾਹੀਦਾ। ਪਰ ਜਾਣ ਤੋਂ ਪਹਿਲਾਂ ਜਿਹੜਾ ਸਵਾਲ ਆ ਉਹ ਅੱਜ ਪੂਜਾ ਸੰਧੂ ਜੀ ਪੁੱਛਣਗੇ। ਹਰ ਵਾਰੀ ਮੈਂ ਹੀ ਪੁੱਛਦੀ ਆ, ਕਦੇ ਤੁਸੀਂ ਵੀ ਪੁੱਛ ਲਿਆ ਕਰੋ, ਦਰਸ਼ਕਾਂ ਨਾਲ ਚਾਰ ਗੱਲਾਂ ਕਰ ਲਿਆ ਕਰੋ। ਚਲੋ ਅੱਜ ਮੈਂ ਪੁੱਛਦਾ। ਪੁੱਛੋ। ਸਵਾਲ ਜਿਹੜਾ ਇਹ ਆ ਕਿ ਜਿਹੜੀ ਗੰਢ, ਕਿ ਤੁਸੀਂ ਜੇ ਪੂਰਾ ਐਪੀਸੋਡ ਦੇਖਿਆ ਆ ਤੇ ਸਾਡਾ ਸਵਾਲ ਇਹ ਆ ਕਿ ਜਿਹੜੀ ਗੰਢ ਹੁੰਦੀ ਆ ਉਹ ਕਿੱਥੇ ਹੁੰਦੀ ਆ ਤੇ ਕਿੱਥੇ ਵਰਤੀ ਜਾਂਦੀ ਆ, ਤੇ ਗੰਢ ਕਹਿੰਦੇ ਕਿਹਨੂੰ ਆ? ਜੀ, ਤੇ ਇਸ ਜਿਹੜਾ ਸਵਾਲ ਆ ਉਹਦਾ ਜਵਾਬ ਤੁਸੀਂ ਸਾਨੂੰ ਬਿਲਕੁਲ ਸਹੀ ਭੇਜਣਾ ਆ। ਕੋਈ ਨਹੀਂ, ਗਲਤ ਹੋ ਜਾਊਗਾ ਤੇ ਕੋਈ ਗੱਲ ਨਹੀਂ, ਪਰ ਜਿਹਦਾ ਸਹੀ ਜਵਾਬ ਹੋਏਗਾ ਨਾ ਅਸੀਂ ਉਹਦਾ ਨਾਮ ਆਪਣੇ ਪ੍ਰੋਗਰਾਮ ਦੇ ਅੰਤ ਦੇ ਵਿੱਚ ਲਵਾਂਗੇ ਤੇ ਅਗਲੇ ਐਪੀਸੋਡ ਦੇ ਵਿੱਚ ਆਪਾਂ ਫੇਰ ਆਵਾਂਗੇ ਲੋਕ ਕਲਾਵਾਂ ਦੇ ਉੱਤੇ ਹੋਰ ਗੱਲਾਂ ਲੈ ਕੇ। ਤੇ ਪਰ ਹੁਣ ਮੈਨੂੰ ਲੱਗਦਾ ਕਿ ਸਾਨੂੰ ਜਾਣਾ ਚਾਹੀਦਾ, ਹਨਾ। ਸੋ ਅਗਲੇ ਐਪੀਸੋਡ ਦੇ ਵਿੱਚ ਫਿਰ ਤੁਹਾਨੂੰ ਮਿਲਾਂਗੇ ਕੁਝ ਹੋਰ ਗੱਲਾਂ ਬਾਤਾਂ ਦੇ ਨਾਲ, ਤੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਤੇ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।